बहुत ही अच्छे तरीके दे नाल मनुखी कदरां कीमतां दे उपर चानना पाउंदे रहे आ। अज साडा जिहड़ा विशा रहेगा वो रहेगा कि साडा मन जिहड़ा है वो किस तरीके दे नाल एक चंगा और पॉजिटिव हो सकता है। साडे सुभाਅ दे विच जिहड़ा कालापन है, गुस्सा होना, एनजाइटी होना ਜਾਂ ਹੋਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਕੁਰੀਤੀਆਂ ਨੇ ਸਾਡੇ ਮਨ ਦੇ ਵਿੱਚ, ਜਿਵੇਂ ਕਹਿੰਦੇ ਆ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਅਜਿਹੀਆਂ ਗੱਲਾਂ ਜਿਹੜੀਆਂ ਨੇ ਗੁਰਬਾਣੀ ਦੇ ਮੁਤਾਬਕ ਜਾਂ ਸਾਡੇ ਧਰਮ ਗ੍ਰੰਥ ਕੀ ਕਹਿੰਦੇ ਨੇ ਉਹਨਾਂ ਬਾਰੇ, ਉਹਦੇ ਬਾਰੇ ਅਸੀਂ ਅੱਜ ਚਰਚਾ ਕਰਾਂਗੇ। ਸੋ ਸਟੂਡੀਓ ਦੇ ਵਿੱਚ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਨੇ ਭਾਈ ਬਲਜੀਤ ਸਿੰਘ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ। ਸੋ ਭਾਈ ਸਾਹਿਬ ਜੀ, ਤਕਨੀਕੀ ਖਰਾਬੀ ਹੋਣ ਕਰਕੇ ਉਹਦੇ ਲਈ ਅਸੀਂ ਖੇਮਾ ਦੇ ਜਾ ਚੁੱਕੇ ਹਾਂ। ਤੁਹਾਡੇ ਤੋਂ ਵੀ ਮਾਫੀ ਮੰਗਦੇ ਹਾਂ, ਕਿਤੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਦੇਰੀ ਵੀ ਹੋਈ ਹੈ। ਅਸੀਂ ਦਰਸ਼ਕਾਂ ਤੋਂ ਵੀ ਇਸ ਚੀਜ਼ ਦੀ ਮਾਫੀ ਮੰਗਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹਾ ਕੋਸ਼ਿਸ਼ ਕਰਾਂਗੇ ਕਿ ਨਾ ਹੋਵੇ, ਪਰ ਜੇ ਕਦੇ ਹੁੰਦਾ ਹੈ ਤਾਂ ਉਹਦੇ ਲਈ ਅਸੀਂ ਪਹਿਲਾਂ ਤੋਂ ਹੀ ਵੀ ਇੱਕ ਵਾਰੀ ਫਿਰ ਮਾਫੀ ਮੰਗਦੇ ਹਾਂ। ਸੋ ਭਾਈ ਸਾਹਿਬ ਜੀ, ਅੱਜ ਜਿਹੜਾ ਅਸੀਂ ਵਿਸ਼ਾ ਲਿਆ ਹੈ, ਪਿਛਲੇ ਦਿਨੀ ਅਸੀਂ ਜਿਵੇਂ ਦੋ ਤਿੰਨ ਦਫਾ ਪ੍ਰੋਗਰਾਮ ਕੀਤੇ ਨੇ, ਮਨੁੱਖੀ ਕਦਰਾਂ ਕੀਮਤਾਂ ਦੇ ਇਰਦ ਗਿਰਦ ਸਾਡਾ ਜਿਹੜਾ ਇਹ ਦਾਰੋ ਮਦਾਰ ਘੁੰਮਦਾ। ਅੱਜ ਅਸੀਂ ਗੱਲ ਕਰਾਂਗੇ ਮਨੁੱਖੀ ਮਨ ਦੀ। ਗੁਰਬਾਣੀ ਦੇ ਮੁਤਾਬਕ ਮਨ ਦੀ ਜਿਹੜੀ ਵਿਆਖਿਆ ਜਾਂ ਮਨ ਨੂੰ ਇੱਕ ਬੜਾ ਹੀ ਉੱਚ ਪਾਏ ਦਾ ਇੱਕ ਅਜਿਹੀ ਵਸਤੂ ਮੰਨਿਆ ਗਿਆ ਜਿਹਦੇ ਨਾਲ ਮਨੁੱਖ ਬਹੁਤ ਚੀਜ਼ਾਂ ਅਚੀਵ ਕਰ ਸਕਦਾ ਔਰ ਬਹੁਤ ਚੀਜ਼ਾਂ ਗਵਾ ਵੀ ਸਕਦਾ। ਕਿ ਮਨ ਜੀਤੇ ਜਗ ਜੀਤ ਹੈ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ। ਸੋ ਕਹਿਣ ਦਾ ਭਾਵ ਹੈ ਵੀ ਮਨ ਦੇ ਨਾਲ ਹੀ ਸਾਰਾ ਕੁਛ ਹੈ। ਮਨ ਚੰਗਾ ਕਠੌਤੀ ਮੇ ਗੰਗਾ। ਸੋ ਤੁਸੀਂ ਗੁਰਬਾਣੀ ਦੇ ਮੁਤਾਬਕ ਕੀ ਸੋਚਦੇ ਹੋ ਕਿ ਸਾਡਾ ਇੱਕ ਮਨ ਹੈ ਜਿਹੜਾ ਮਨੁੱਖੀ ਮਨ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਵਿਜ਼ਨ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਵੀਰ ਜੀ ਤੁਸੀਂ ਵੈਸੇ ਕੋਈ ਵੀ ਧਾਰਮਿਕ ਗ੍ਰੰਥ ਕਦੇ ਫੋਲ ਕੇ ਦੇਖੋ, ਜਾਂ ਕਹਿ ਲਓ ਜਿੱਦਾਂ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਮੰਨਦੇ ਹਾਂ, ਉਹਨਾਂ ਦੇ ਵਿੱਚ ਬਹੁਤਾਤ ਵਾਰ ਸੰਬੋਧਨ ਹੀ ਮਨ ਨੂੰ ਕੀਤਾ ਗਿਆ ਜੀ। ਜਿਹੜੀ ਚੀਜ਼ ਨੂੰ ਸੰਬੋਧਨ ਕਰਕੇ ਵਾਰ-ਵਾਰ ਸਮਝਾਇਆ ਜਾਏ, ਇਹਦਾ ਮਤਲਬ ਆ ਵੀ ਇਹ ਕੋਈ ਬਹੁਤ ਮੁੱਖ ਚੀਜ਼ ਹੋਊਗੀ। ਪਰ ਸਾਡੇ ਲਗਭਗ 90-95% ਲੋਕਾਈ ਨੂੰ ਇਹ ਪਤਾ ਨਹੀਂ ਵੀ ਮਨ ਹੁੰਦਾ ਕੀ ਹੈ ਜੀ। ਜਾਂ ਤਾਂ ਫਿਰ ਜਿਹੜੇ ਲੋਕ ਸਾਇੰਟਿਸਟ ਨੇ, ਡਾਕਟਰ ਨੇ, ਉਹ ਖੋਲ ਕੇ ਦੱਸਦੇ ਨੇ ਵੀ ਇਹ ਕੀ ਹੈ, ਜਾਂ ਉਹਦੇ ਪਾਠ ਦੱਸਦੇ ਨੇ। ਨਹੀਂ ਤਾਂ ਬਹੁਤਾਤ ਤਬਕਾ ਸਾਡਾ ਜਿਹੜਾ ਇਹ ਮਨ ਬਾਰੇ ਜਾਣ ਹੀ ਨਹੀਂ ਸਕਿਆ ਜੀ। ਜੀ ਕਿਸੇ ਸੌਖੇ ਤੋਂ ਸੌਖੇ ਭਾਸ਼ਾ ਦੇ ਵਿੱਚ ਕਿਸੇ ਅਨਪੜ੍ਹ ਬੰਦੇ ਨੂੰ ਵੀ ਸਮਝਾਉਣਾ ਹੋਵੇ ਤਾਂ ਆਪਾਂ ਸਿੱਧਾ ਹੀ ਕਹਿ ਸਕਦੇ ਹਾਂ ਵੀ ਜੋ ਸਾਡੇ ਥਾਟਸ ਨੇ, ਜੋ ਸਾਡੀ ਸੋਚ ਹੈ, ਜੋ ਸਾਡੇ ਵਿਚਾਰ ਨੇ, ਇਹਨਾਂ ਦਾ ਇਕੱਠ ਹੀ ਮਨ ਹੈ ਜੀ। ਜੀ ਜੋ ਜਿਹੋ ਜੀ ਸਾਡੀ ਸੋਚ ਉਹੋ ਜਿਹੇ ਹੀ ਸਮਝ ਲਓ ਵੀ ਸਾਡੇ ਮਨ ਦਾ ਬਣੂਗਾ। ਬਿਲਕੁਲ ਠੀਕ। ਸੋ ਇਹ ਬੜਾ ਜ਼ਰੂਰੀ ਹੈ ਜੀ ਵੀ ਜਿਹੜੇ ਬੰਦੇ ਨੇ ਆਪਣੇ ਮਨ ਨੂੰ ਚੰਗਾ ਬਣਾਉਣਾ, ਉਹਦੀ ਸੋਚ, ਉਹਦੇ ਵਿਚਾਰ ਚੰਗੇ ਹੋਣੇ ਚਾਹੀਦੇ ਨੇ। ਤਾਂ ਫਿਰ ਇਹ ਸਾਰੀ ਗੱਲ ਇਸੇ ਦੇ ਉੱਤੇ ਨਿਰਭਰ ਕਰਦੀ ਹੈ। ਜਿੱਦਾਂ ਜਿੱਦਾਂ ਮਤਲਬ ਮਨੁੱਖ ਦਾ ਵਿਚਾਰ, ਉਹਦੀ ਸੋਚ ਚੰਗੀ ਬਣਦੀ ਜਾਂਦੀ, ਉਦਾਂ ਹੀ ਉਹਦਾ ਮਨ ਜਿਹੜਾ ਅੱਗੇ ਤੋਂ ਅੱਗੇ ਅਚੀਵ ਜਿਹੜਾ ਉਹ ਕਰੀ ਜਾਂਦਾ ਹੈ ਜੀ। ਇੱਕ ਸੁਭਾਅ ਦੇ ਬਾਰੇ ਵੀ ਨਾਲ ਦੀ ਨਾਲ ਗੱਲ ਜੁੜਦੀ ਹੈ ਕਿ ਜਿਹੜਾ ਸਾਡਾ ਇੱਕ, ਚਲੋ ਮਨ ਤਾਂ ਇੱਕ ਬਹੁਤ ਵੱਡਾ ਇੱਕ ਵਿਸ਼ਾਲ ਦਾਇਰਾ ਹੈ ਔਰ ਇਹ ਕਹਿ ਲਓ ਕਿ ਵਿਚਾਰਾਂ ਦਾ ਸਮੂਹ ਹੀ ਸਾਡਾ ਮਨ ਹੈ। ਪਰ ਕਈ ਵਾਰੀ ਅਸੀਂ ਗੱਲ ਕਰਦੇ ਵੀ ਇਹ ਫਲਾਨੇ ਮਨੁੱਖ ਦਾ ਜਾਂ ਫਲਾਨੇ ਬੰਦੇ ਦਾ ਸੁਭਾਅ ਨਹੀਂ ਚੰਗਾ, ਜਾਂ ਕਹਿੰਦੇ ਆ ਵੀ ਫਲਾਨੇ ਦਾ ਸੁਭਾਅ ਬੜਾ ਚੰਗਾ ਹੈ। ਅਸਲ ਦੇ ਵਿੱਚ ਸਾਡਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ, ਇਹਦੇ ਬਾਰੇ ਵੀ ਜ਼ਰੂਰ ਖੋਲ ਕੇ ਦੱਸਿਓ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਾਂਗੇ ਨਾ ਵੀਰ ਜੀ ਜੀ, ਉਹਦੇ ਵਿੱਚ ਅੱਜ ਤੋਂ ਲਗਭਗ 500 ਸਾਲ ਪਹਿਲਾਂ ਗੁਰੂ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਉਹ ਕਹਿੰਦੇ, ਨਾਨਕ ਦੁਨੀਆ ਕੈਸੀ ਹੋਈ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਪੰਨੇ ਨੇ ਤੇ ਉਹਨਾਂ ਚੋਂ 1410 ਨੰਬਰ ਪੰਨੇ ਦੇ ਉੱਪਰ ਇਹ ਵਿਚਾਰ ਗੁਰੂ ਨਾਨਕ ਸਾਹਿਬ ਜੀ ਨੇ ਅੰਕਿਤ ਕੀਤੇ ਨੇ ਜੀ। ਕਹਿੰਦੇ, ਨਾਨਕ ਦੁਨੀਆ ਕੈਸੀ ਹੋਈ। ਕਹਿੰਦੇ ਦੁਨੀਆ ਨੂੰ ਕੀ ਹੋ ਗਿਆ? ਸਾਲਕ ਮਿੱਤ ਨਾ ਰਹਿਓ ਕੋਈ, ਕੋਈ ਚੰਗਾ ਵਿਹਾਰ ਵਾਲਾ ਸੱਜਣ ਮਿੱਤਰ ਰਹਿ ਹੀ ਨਹੀਂ ਗਿਆ ਜੀ। ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਲੋਕਾਂ ਨੇ ਵਿਖਾਵੇ ਵਾਸਤੇ ਕਹਿ ਲਓ ਵੀ ਆਪਣਾ ਪ੍ਰਮਾਤਮਾ ਨਾਲ ਪਿਆਰ ਹੀ ਜਿਹੜਾ ਉਹ ਮੁਕਾ ਲਿਆ। ਬਿਲਕੁਲ ਠੀਕ। ਤੇ ਹੋਇਆ ਕੀ ਹੈ? ਕਹਿਣ ਲੱਗੇ ਦੁਨੀਆ ਕਾਰਨ ਦੀਨ ਗਵਾਇਆ। ਲੁਕਾਈ ਦੇ ਵਾਸਤੇ ਧਰਮ ਤੋਂ ਵੀ ਹੱਥ ਧੋ ਬੈਠੇ ਨੇ ਜੀ। ਜੀ ਜਦੋਂ ਪਤਾ ਕਰੀਏ ਵੀ ਇਹ ਸਾਰਾ ਕੁਝ ਹੋਇਆ ਕਿਵੇਂ, ਤਾਂ ਪਤਾ ਲੱਗਦਾ ਵੀ ਮਨੁੱਖੀ ਸੁਭਾਅ ਹੀ ਸੀ ਜਿਹਦੇ ਕਰਕੇ ਮਨੁੱਖ ਦਾ ਮਨੁੱਖ ਨਾਲੋਂ ਰਿਸ਼ਤਾ ਹੌਲੀ ਹੌਲੀ ਖਤਮ ਹੁੰਦਾ ਗਿਆ। ਇਹ ਮਨੁੱਖੀ ਸੁਭਾਅ ਸੀ ਬਸ, ਜਿਹਦੇ ਕਰਕੇ ਵੱਖਰੀ ਚੀਜ਼ ਹੋਣ ਲੱਗ ਗਈ। ਕਿਸੇ ਨੇ ਬੜੀ ਪਿਆਰੀ ਗੱਲ ਕਹੀ ਹੈ ਵੀ ਮਨੁੱਖੀ ਸੁਭਾਅ ਇਸ ਕਦਰ ਤੱਕ ਗਿਰਿਆ ਜੀ
ਕਹਿੰਦੇ ਸਾਡੇ ਤੇ ਪ੍ਰਮਾਤਮਾ ਦੇ ਦੁਆ ਜਿਹੜੀ ਵਿਚਾਲੇ ਆ ਨਾ ਇੱਕ ਬੜਾ ਫਰਕ ਪੈਦਾ ਹੋ ਗਿਆ। ਉਹ ਬੜੀ ਪਿਆਰੀ ਗੱਲ ਕਹਿੰਦਾ ਵੀ ਮੇਰੀ ਅਕਲ ਕਦੇ ਨਹੀਂ ਲੱਭ ਸਕਦੀ, ਮੇਰੀ ਅਕਲ ਕਦੇ ਹੱਦ ਨਹੀਂ ਲੱਭ ਸਕਦੀ ਤੇਰੀਆਂ ਰਹਿਮਤਾਂ ਭਰੀ ਸ਼ਕੀਨਗੀ ਦੀ। ਮੇਰੇ ਮਾਲਕ ਤੂੰ ਕਿੱਥੇ ਆ ਤੇ ਅਸੀਂ ਕਿੱਥੇ ਆ, ਮੇਰੀ ਅਕਲ ਨੇ ਇਹ ਨਹੀਂ ਲੱਭਣਾ। ਮੇਰੀ ਅਕਲ ਕਦੇ ਹੱਦ ਨਹੀਂ ਲੱਭ ਸਕਦੀ ਤੇਰੀਆਂ ਰਹਿਮਤਾਂ ਭਰੀ ਸ਼ਕੀਨਗੀ ਦੀ। ਪਰਬ ਤੋਂ ਵੱਡੀ ਤੇਰੀ ਦਾਤ, ਵੀ ਜਦੋਂ ਤੂੰ ਮਾਲਕ ਦਾਤ ਦਿੰਦਾ ਤੇ ਉਹ ਇੱਕ ਪਰਬਤ, ਵਿਸ਼ਾਲ ਪਰਬਤ ਜਿੱਡੀ ਵੱਡੀ ਹੈ ਜੀ। ਪਰਬ ਤੋਂ ਵੱਡੀ ਤੇਰੀ ਦਾਤ ਤੇ ਰਾਈਓਂ ਘੱਟ ਔਕਾਤ ਮੇਰੀ ਮਹੀਨਗੀ ਦੀ। ਰਾਈ ਦਾ ਦਾਣਾ ਛੋਟਾ ਜਿਹਾ ਹੁੰਦਾ, ਵੀ ਮਨੁੱਖ ਦੀ ਔਕਾਤ, ਮਨੁੱਖ ਦਾ ਨੇਚਰ ਇੰਨਾ ਕੁ ਹੈ ਜੀ। ਪਰਬ ਤੋਂ ਵੱਡੀ ਤੇਰੀ ਦਾਤ ਤੇ ਰਾਈਓਂ ਘੱਟ ਔਕਾਤ ਮੇਰੀ ਮਹੀਨਗੀ ਦੀ। ਸਾਰੀ ਉਮਰ ਤੇਰਾ ਹੀ ਦਿੱਤਾ ਵਰਤਿਆ ਮੈਂ, ਫਿਰ ਵੀ ਬਣੀ ਨਾ ਸੁਰਤ ਅਧੀਨਗੀ ਦੀ। ਕੋਈ ਬੰਨਾ ਨਹੀਂ ਤੇਰੀਆਂ ਬਖਸ਼ਿਸ਼ਾਂ ਦਾ ਤੇ ਕੋਈ ਹੱਦ ਨਹੀਂ ਸਾਡੀ ਕਮੀਨਗੀ ਦੀ। ਵੀ ਭਾਵ ਸਾਡਾ ਨੇਚਰ ਇਸ ਹੱਦ ਤੱਕ ਗਿਰਿਆ ਜੀ, ਅਸੀਂ ਆਪਣੇ ਆਪ ਨੂੰ ਇੰਨਾ ਗਿਰਾਇਆ ਵੀ ਸਾਡੇ ਤੇ ਤੇਰੇ ਵਿਚਾਲੇ ਪ੍ਰਮਾਤਮਾ ਬੜੀ ਦੂਰੀ ਬਣ ਗਈ ਹੈ। ਉਹ ਬਣੀ ਕਾਹਦੇ ਵਾਸਤੇ? ਕਿਉਂਕਿ ਜੋ ਵਿਚਾਰ ਮੇਰੇ ਮਾਲਕ ਤੂੰ ਸਾਨੂੰ ਦੇਣਾ ਚਾਹੁੰਦਾ ਸੀ ਨਾ, ਅਸੀਂ ਉਹ ਵਿਚਾਰ ਨਹੀਂ ਲਏ ਜੀ। ਇੱਕ ਕਾਲ ਲੈ ਲਈਏ ਭਾਈ ਸਾਹਿਬ ਜੀ, ਫਿਰ ਉਸ ਤੋਂ ਬਾਅਦ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ 'ਚ ਸਵਾਗਤ ਹੈ ਜੀ ਤੁਹਾਡਾ। ਹੈਲੋ, ਤੁਹਾਡੀ ਕਾਲ ਡ੍ਰੌਪ ਹੋ ਚੁੱਕੀ ਹੈ, ਸੋ ਤੁਸੀਂ ਦੁਬਾਰਾ ਵੀ ਕਾਲ ਕਰ ਸਕਦੇ ਆ। 905 790 9099 ਸਟੂਡੀਓ ਦਾ ਨੰਬਰ ਹੈ। ਔਰ ਜੇ ਕੋਈ ਸਵਾਲ, ਸੁਝਾਅ ਜਾਂ ਕਿਸੇ ਕਿਸਮ ਦੀ ਫੀਡਬੈਕ ਦੇਣੀ ਚਾਹੁੰਦੇ ਆ ਤਾਂ ਵੀ ਤੁਸੀਂ ਇਸੇ ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। ਭਾਈ ਸਾਹਿਬ, ਹਾਂਜੀ, ਮੈਂ ਉਹੀ ਗੱਲ ਕਰ ਰਿਹਾ ਸੀਗਾ ਵੀ ਅਸੀਂ ਮਨੁੱਖਾਂ ਨੇ ਕੀ ਕੀਤਾ ਵੀ ਅਸੀਂ ਬਾਣੀ ਦੇ ਬਚਨ ਆ, ਕਿਉਂਕਿ ਮੈਂ ਜ਼ਿਆਦਾਤਰ ਗੱਲ ਗੁਰਬਾਣੀ ਤੋਂ ਬਾਹਰ ਹੋ ਕੇ ਨਹੀਂ ਕਰਾਂਗਾ, ਗੁਰਬਾਣੀ ਦੇ ਅਨੁਸਾਰ ਕਰਾਂਗਾ। ਗੁਰਬਾਣੀ 'ਚ ਬਚਨ ਹੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਵੀ ਜਦੋਂ ਇਕੱਠੇ ਕਰਨੇ ਆ ਨਾ ਤੁਸੀਂ ਗੁਣ ਇਕੱਠੇ ਕਰੋ ਜੀ, ਅਵਗੁਣ ਛੱਡ ਦਿਓ। ਸਾਡੇ ਪੰਜਾਬੀ ਮਤਲਬ ਅਖਾਣਾ ਵਿੱਚ ਇੱਕ ਮੁਹਾਵਰਾ ਬੋਲਿਆ ਜਾਂਦਾ ਸੀ ਜੀ, ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਜੀ ਜੀ। ਪਰ ਬਹੁਤਾਤ ਤਬਕੇ ਨੂੰ ਪਤਾ ਨਹੀਂ ਹੁੰਦਾ ਵੀ ਇਹਦਾ ਮਤਲਬ ਕੀ ਆ। ਉਹ ਕਿਉਂ ਕਹਿੰਦੇ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ, ਜਿਹਦੇ 'ਚ ਪਹਿਲਾਂ ਹੀ ਕਈ ਛੇਕ ਨੇ ਜੀ ਜੀ। ਹੁਣ ਛਾਨਣੀ ਤੇ ਛੱਜ ਅੱਜ ਦੀ ਜਨਰੇਸ਼ਨ ਨੂੰ ਸਮਝ ਨਹੀਂ ਆਉਣੇ, ਪਰ ਜਿਹੜੇ ਲੋਕ ਜਿਨ੍ਹਾਂ ਦਾ ਕਹਿ ਲਓ ਵੀ 90 ਤੋਂ ਪਹਿਲਾਂ ਦਾ ਜਨਮ, ਉਹਨਾਂ ਨੂੰ ਬਖੂਬੀ ਪਤਾ ਆ ਜੀ। ਛੱਜ ਦਾ ਇੱਕ ਸੁਭਾਅ ਆ, ਇਦਾਂ ਦਾ ਹੀ ਸੁਭਾਅ ਛਾਨਣੀ ਦਾ। ਛੱਜ ਦਾ ਕੀ ਸੁਭਾਅ? ਉਹਦੇ ਵਿੱਚ ਜਦੋਂ ਆਪਾਂ ਅਨਾਜ ਪਾਉਨੇ ਆ, ਉਹ ਖਰਾਬ ਚੀਜ਼ਾਂ, ਫੱਕ, ਘਾਹ ਫੂਸ ਬਾਹਰ ਸਿੱਟਦਾ ਤੇ ਚੰਗੀ ਚੰਗੀ ਚੀਜ਼ ਦਾਣੇ ਸਾਂਭ ਲੈਂਦਾ ਜੀ। ਛਾਨਣੀ ਕੀ ਕਰਦੀ ਹੈ? ਛਾਨਣੀ ਜਿਹੜਾ ਨਾ ਉਹ ਆਟਾ ਥੱਲੇ ਸਿੱਟ ਦਿੰਦੀ ਹੈ ਤੇ ਉਹ ਜਿਹੜਾ ਸੂੜਾ ਜੋ ਵੀ ਫੋਕ ਹੁੰਦਾ ਉਹ ਸਾਂਭਦੀ, ਉਹ ਰੱਖ ਲੈਂਦੀ। ਛੱਜ ਅਨਾਜ ਰੱਖਦਾ, ਫਾਲਤੂ ਬਾਹਰ ਸਿੱਟਦਾ, ਤੇ ਛਾਨਣੀ ਫਾਲਤੂ ਰੱਖਦੀ ਹੈ ਤੇ ਆਟਾ ਬਾਹਰ ਸਿੱਟ ਦਿੰਦੀ ਹੈ। ਏਦਾਂ ਸਾਡੇ ਮਨੁੱਖਾਂ ਵਿੱਚ ਕੁਝ ਬੰਦਿਆਂ ਦਾ ਸੁਭਾਅ ਛੱਜ ਵਰਗਾ, ਜਿਹੜੇ ਗੁਣ ਇਕੱਠੇ ਕਰਦੇ ਆ ਜੀ, ਤੇ ਕੁਝ ਦਾ ਸੁਭਾਅ ਛਾਨਣੀ ਵਰਗਾ, ਜਿਨ੍ਹਾਂ ਨੇ ਔਗਣ ਇਕੱਠੇ ਕਰਨੇ ਆ। ਇਸ ਕਰਕੇ ਫਿਰ ਸਾਡਾ ਜਿਹੜਾ ਨੇਚਰ ਆ ਉਹ ਬਦਲਦਾ ਜਾਂਦਾ ਤੇ ਇਸ ਹੱਦ ਤੱਕ ਖਰਾਬੀ ਆ ਜਾਂਦੀ ਆ ਵੀ ਸਾਡੇ ਸੁਭਾਅ ਦੇ ਵਿੱਚ ਸਵਾਰਥਪੁਣਾ, ਲਾਲਚ, ਕ੍ਰੋਧ, ਜੋ ਜਿਨ੍ਹਾਂ ਦੀ ਗੱਲ ਆਪਾਂ ਅੱਗੇ ਜਾ ਕੇ ਕਰਾਂਗੇ, ਇਹ ਫਿਰ ਪੈਦਾ ਹੁੰਦੇ ਜਾਂਦੇ। ਸੋ ਭਾਈ ਸਾਹਿਬ ਜੀ, ਜਿਹੜਾ ਤੁਸੀਂ ਛਾਨਣੀ ਦੀ ਮਿਸਾਲ ਦਿੱਤੀ ਹੈ, ਫਿਰ ਨਾਲ ਛੱਜ ਤੇ ਛਾਨਣੀ ਦੀ ਜਿਹੜੀ ਮਿਸਾਲ ਦਿੱਤੀ ਹੈ, ਜੇ ਕਿਸੇ ਦੇ ਸੁਭਾਅ ਦੇ ਵਿੱਚ ਜਾਂ ਕਿਸੇ ਦੇ ਕਿਰਦਾਰ ਦੇ ਵਿੱਚ ਛਾਨਣੀ ਵਾਲਾ ਰੂਪ ਆ ਜਾਂਦਾ ਤਾਂ ਜੇ ਉਹ ਛਾਨਣੀ ਵਾਲਾ ਰੂਪ ਹੈ ਆ ਗਿਆ, ਉਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ? ਕਿਉਂਕਿ ਆਪਾਂ ਨਾਲ ਦੀ ਨਾਲ ਗੁਰਬਾਣੀ ਦੇ ਮੁਤਾਬਕ ਸੋਲੂਸ਼ਨ ਵੀ ਦਿੰਦੇ ਜਾਈਏ। ਬਿਲਕੁਲ ਬਿਲਕੁਲ ਜੀ। ਹੁਣ ਇਹ ਏਦਾਂ ਹੀ ਕਹਿ ਸਕਦੇ ਹਾਂ ਵੀ ਕੋਈ ਬੰਦਾ ਬਿਮਾਰ ਹੋ ਗਿਆ ਤਾਂ ਬਈ ਉਹ ਠੀਕ ਕਿਵੇਂ ਹੋ? ਬਿਲਕੁਲ। ਹੁਣ ਇਹਦੇ ਵਾਸਤੇ ਨਾ ਇੱਕ ਥੋੜੀ ਜਿਹੀ ਆਪਾਂ ਐਂ ਕਹੀਏ ਵੀ ਜਦੋਂ ਵੀ ਕਿ ਸਾਡੇ ਤੇ ਕੋਈ ਦੁੱਖ ਆਉਂਦਾ ਹੈ ਨਾ ਜੀ, ਅਸੀਂ ਆਪਣੇ ਕਿਸੇ ਸੱਜਣ ਮਿੱਤਰ ਦੇ ਨਾਲ, ਕਿਸੇ ਦੋਸਤ ਨਾਲ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਮੇਰੇ ਤੇ ਆਹ ਮੁਸੀਬਤ ਆਈ ਹੈ, ਮੈਨੂੰ ਆਹ ਪਰੇਸ਼ਾਨੀ, ਇਹਦਾ ਹੱਲ ਦੱਸੋ ਜੀ। ਇੱਦਾਂ ਹੀ ਇੱਕ ਵੀਰ ਬਹੁਤ ਪਿਆਰੀ ਗੱਲ ਕਹਿੰਦਾ, ਉਹ ਕਹਿੰਦਾ ਵਾ ਵੀ ਜਿਹੜੀ ਚੰਗੀ ਸਲਾਹ ਹੈ ਨਾ, ਇਹ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੀ। ਹੁਣ ਸਾਨੂੰ ਚੰਗੀ ਸਲਾਹ ਕੌਣ ਦਊਗਾ? ਸਮਾਜ ਦੇ ਵਿੱਚ ਕਈ ਵਾਰ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਜਿੱਥੋਂ ਅਸੀਂ ਸਲਾਹ ਲੈਣ ਜਾ ਰਹੇ ਹਾਂ ਉਹ ਚੰਗੀ ਸਲਾਹ ਦੇ ਵੀ ਰਿਹਾ, ਕਈ ਵਾਰ ਉਹ ਹੀ ਸਾਨੂੰ ਗਲਤ ਰਾਹ ਪਾ ਦਿੰਦਾ ਹੈ। ਮੰਜ਼ਿਲ ਵੱਲ ਜਾਣ ਦੀ ਬਜਾਏ ਜੇ ਉਹਦੇ ਆਪੋਜ਼ਿਟ ਸਾਈਡ ਅਸੀਂ ਭੱਜਾਂਗੇ ਤਾਂ ਉਨੀ ਮੰਜ਼ਿਲ ਤੋਂ ਦੂਰੀ ਬਣਦੀ ਜਾਏਗੀ। ਬਿਲਕੁਲ। ਹੁਣ ਚੰਗੀ ਸਲਾਹ ਲੈਣ ਵਾਸਤੇ ਵੀ ਚੰਗੀ ਥਾਂ ਦਾ ਹੋਣਾ ਬੜਾ ਜ਼ਰੂਰੀ ਹੈ ਜੀ ਜੀ। ਥੋੜਾ ਜਿਹਾ ਇਹਨੂੰ ਸੌਖਾ ਇੱਕ ਉਦਾਹਰਨ ਨਾਲ ਸਮਝੀਏ, ਕਿਉਂਕਿ ਜਿਹੜੀ ਉਦਾਹਰਨ ਆ ਸਾਡੇ ਮਨ ਦੇ ਵਿੱਚ ਸਿੱਧਾ ਸਟੀਕ ਵਾਰ ਕਰਦੀ ਹੈ। ਆਪਾਂ ਜਿੱਦਾਂ ਹੁਣ ਇਸ ਬਿਲਡਿੰਗ 'ਚ ਬੈਠੇ ਆ ਨਾ, ਇੱਦਾਂ ਸਮਾਜ 'ਚ ਬਹੁਤ ਸਾਰੀਆਂ ਇਮਾਰਤਾਂ ਨੇ, ਬਿਲਡਿੰਗਸ ਨੇ ਜੀ। ਕੁਝ ਇਮਾਰਤਾਂ ਭਾਈ ਸਾਹਿਬ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਜੇ ਅਸੀਂ ਜਾਈਏ ਤੇ ਉਸ ਇਮਾਰਤ 'ਚ ਬੈਠ ਕੇ ਸਮਾਂ ਲਾਈਏ, ਉਹ ਇਮਾਰਤਾਂ ਸਾਨੂੰ ਵਿਦਵਾਨ ਬਣਾ ਦਿੰਦੀਆਂ ਜੀ। ਬਿਲਕੁਲ ਠੀਕ।
ਜਿਵੇਂ ਸਕੂਲ, ਕਾਲਜ, ਯੂਨੀਵਰਸਿਟੀਜ਼, ਟਿਊਸ਼ਨ ਸੈਂਟਰਸ, ਇਹ ਇਮਾਰਤਾਂ 'ਚ ਜੇ ਅਸੀਂ ਰੈਗੂਲਰ ਡੇਲੀ ਜਾ ਕੇ ਬੈਠੀਏ ਤੇ ਇੱਥੋਂ ਬਾਅਦ 'ਚ ਅਸੀਂ ਵਿਦਵਾਨ ਬਣ ਕੇ ਨਿਕਲਦੇ। ਬਿਲਕੁਲ ਠੀਕ। ਕੁਝ ਇਮਾਰਤਾਂ ਸਾਨੂੰ ਧਨਵਾਨ ਬਣਾ ਦਿੰਦੀਆਂ। ਜਿੱਦਾਂ ਜਿੱਥੇ ਅਸੀਂ ਆਪਣਾ ਕੰਮ ਕਰਦੇ ਹਾਂ, ਸਾਡਾ ਕੋਈ ਆਫਿਸ ਹੈ, ਸਾਡੀ ਕੋਈ ਸ਼ਾਪ ਹੈ, ਕੋਈ ਅਸੀਂ ਜਿੱਥੇ ਵੀ ਆਪਣਾ ਕੋਈ ਕਿਰਤ ਕਰਦੇ ਹਾਂ, ਜਦੋਂ ਉਹਦੇ 'ਚ ਸਵੇਰ ਤੋਂ ਸ਼ਾਮ ਅਸੀਂ 8-10 ਘੰਟੇ ਜਾ ਕੇ ਬੈਠਦੇ ਹਾਂ, ਸਮਾਨ ਵੇਚਦੇ ਹਾਂ, ਤਾਂ ਉਹ ਇਮਾਰਤ ਸਾਨੂੰ ਧਨਵਾਨ ਬਣਾ ਦਿੰਦੀ ਹੈ। ਜੀ। ਹੁਣ ਕੁਝ ਇਮਾਰਤਾਂ ਨੇ ਸਾਨੂੰ ਵਿਦਵਾਨ ਬਣਾਇਆ, ਕੁਝ ਨੇ ਧਨਵਾਨ ਬਣਾਇਆ, ਪਰ ਕੁਝ ਇਮਾਰਤਾਂ ਹੁੰਦੀਆਂ ਜਿਹੜੀਆਂ ਸਾਨੂੰ ਸ਼ੈਤਾਨ ਬਣਾ ਦਿੰਦੀਆਂ। ਮਾਫੀ ਦੇਣਾ, ਕੋਈ ਪੱਬ ਕਲੱਬ 'ਚ ਡੇਲੀ ਜਾਣ ਲੱਗ ਪਵੇ, ਨਸ਼ੇ ਦੀ ਦੁਕਾਨ ਠੇਕੇ ਤੇ ਡੇਲੀ ਜਾਣ ਲੱਗ ਪਵੇ, ਸਮਾਂ ਜ਼ਿਆਦਾ ਉੱਥੇ ਹੀ ਬਤੀਤ ਕਰਨ ਲੱਗ ਜਾਏ ਤੇ ਉਹਦਾ ਸੁਭਾਅ ਸ਼ੈਤਾਨ ਵਰਗਾ ਬਣ ਜਾਂਦਾ। ਬਿਲਕੁਲ ਠੀਕ। ਕੁਝ ਇਮਾਰਤਾਂ ਸਾਨੂੰ ਵਿਦਵਾਨ ਬਣਾਉਂਦੀਆਂ, ਕੁਝ ਸਾਨੂੰ ਧਨਵਾਨ ਬਣਾਉਂਦੀਆਂ, ਕੁਝ ਸ਼ੈਤਾਨ ਬਣਾਉਂਦੀਆਂ, ਪਰ ਕੁਝ ਇਮਾਰਤਾਂ ਸਾਨੂੰ ਇਨਸਾਨ ਜਾਂ ਭਗਵਾਨ ਵੀ ਬਣਾਉਂਦੀਆਂ। ਜੀ। ਉਹ ਕੋਈ ਚੰਗਾ ਗੁਰੂ ਘਰ ਹੋ ਸਕਦਾ ਹੈ, ਉਹ ਮੰਦਿਰ ਵੀ ਹੋ ਸਕਦਾ ਹੈ, ਜੀ, ਉਹ ਚਰਚ ਵੀ ਹੋ ਸਕਦਾ ਹੈ, ਉਹ ਕੋਈ ਮਸਜਿਦ ਵੀ ਹੋ ਸਕਦੀ ਹੈ, ਜਿੱਥੇ ਗਿਆਨ ਦੀ ਗੱਲ, ਜਿੱਥੇ ਤੁਹਾਨੂੰ ਕੋਈ ਸਲਾਹ ਦੇਣ ਵਾਲਾ ਬੈਠਾ ਹੈ। ਸਾਡੀ ਕਿਸਮਤ ਲੱਕੀ ਹੈ, ਅਸੀਂ ਭਾਗਾਂ ਵਾਲੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ। ਤੇ ਜਦੋਂ ਵੀ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਵਿਚਾਰਦੇ ਹਾਂ, ਫਿਰ ਉੱਥੋਂ ਯਕੀਨਨ ਸਾਡਾ ਮਨ ਜਿਹੜਾ ਨਾ ਉਹ ਭਗਵਾਨ ਵਰਗਾ, ਇਨਸਾਨ ਵਰਗਾ ਬਣ ਕੇ ਨਿਕਲਦਾ ਹੈ। ਸੋ ਇਹ ਸਭ ਤੋਂ ਵੱਡਾ ਹੱਲ ਤੇ ਇਹ ਹੈ ਵੀ ਅਸੀਂ ਚੰਗੀ ਸਲਾਹ ਲਈਏ ਤਾਂ ਕਿ ਸਾਡਾ ਸੁਭਾਅ ਚੰਗਾ ਬਣ ਸਕੇ। ਸੋ ਸਲਾਹ ਇੱਕ ਤਾਂ ਹੈਗੀ ਹੈ ਕਿ ਵੀ ਸਾਡੇ ਨਾਲ ਜੁੜੇ ਹੋਏ ਜਿਹੜੇ ਮਨੁੱਖ ਨੇ, ਜਾਂ ਸਾਰਾ ਜਿਹੜਾ ਕੋਈ ਸਿਸਟਮ ਹੈ, ਜਾਂ ਕੋਈ ਸਾਡੇ ਪ੍ਰੋਗਰਾਮਸ ਨੇ, ਜਾਂ ਜਿੰਨੀਆਂ ਵੀ ਚੀਜ਼ਾਂ ਨੇ ਸਾਡੇ ਆਸੇ-ਪਾਸੇ ਵਿਚਰਦੀਆਂ, ਸਾਡਾ এনवायरमेंट ਹੈ, ਤੇ ਉਹ ਵੀ ਚੀਜ਼ਾਂ ਸਾਨੂੰ ਇੱਕ ਚੰਗਾ ਸੁਭਾਅ ਜਾਂ ਪੋਜ਼ਿਟਿਵ ਕਰਨ ਦੇ ਲਈ ਜਿਹੜੇ ਉਹ ਲਾਭਦਾਇਕ ਹੁੰਦੇ ਆ। ਪਰ ਤੁਸੀਂ ਕੀ ਸਮਝਦੇ ਹੋ ਕਿ ਜਦੋਂ ਅਸੀਂ ਗੁਰਬਾਣੀ ਜਾਂ ਆਪਣੇ ਧਰਮ ਗ੍ਰੰਥਾਂ ਦੇ ਅੰਦਰ ਜੋ ਚੀਜ਼ਾਂ ਲਿਖੀਆਂ ਨੇ ਉਹਨਾਂ ਨੂੰ ਪੜ੍ਹ ਲੈਣਾ, ਜਾਂ ਉਹਦੇ ਉੱਪਰ ਗੱਲ ਨੂੰ ਮੰਨ ਲੈਣਾ, ਜਾਂ ਉਹਦੇ ਉੱਪਰ ਚੱਲਣਾ, ਇਹ ਤਿੰਨ ਚੀਜ਼ਾਂ ਵੱਖ-ਵੱਖ ਹੈ। ਤੇ ਜਦੋਂ ਇਹ ਤਿੰਨੇ ਚੀਜ਼ਾਂ ਨੂੰ ਅਸੀਂ ਇੱਕ ਮੇਲ, ਇੱਕ ਸੁਰਤਾ ਦੇ ਵਿੱਚ ਮੰਨਾਂਗੇ ਤਾਂ ਸ਼ਾਇਦ ਮੇਰਾ ਮੰਨਣਾ ਹੈ ਕਿ ਵੀ ਜਿਹੜੀਆਂ ਇਹ ਸੋਲਿਊਸ਼ਨ ਹੈ ਇਹ ਖੁਦ ਬ ਖੁਦ ਨਿਕਲ ਜੂ, ਔਰ ਫਿਰ ਆਸੇ-ਪਾਸੇ ਵੀ ਗੱਲ ਕਰਨ ਦੀ ਮੈਨੂੰ ਲੱਗਦਾ ਫਿਰ ਜ਼ਿਆਦਾ ਲੋੜ ਨਹੀਂ ਪੈਂਦੀ। ਬਿਲਕੁਲ ਜੀ। ਗੁਰਬਾਣੀ ਦੇ ਵਿੱਚ ਖੁਦ ਬਚਨ ਨਾਲ ਕਹਿੰਦੇ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ। ਵੀ ਭੇਦ ਦਾ ਮਤਲਬ ਹੁੰਦਾ ਰਮਜ਼ ਜੀ, ਕੁਝ ਸੱਚ ਪੱਲੇ ਪੈਣਾ ਜੀ। ਕਹਿੰਦਾ ਸਿਰਫ ਪੜ੍ਹਨ ਨਾਲ ਹੀ ਨਹੀਂ ਗੱਲ ਬਣਨੀ, ਉਹਦੇ ਵਿੱਚੋਂ ਕੀ ਕੁਝ ਆ ਉਹਨੂੰ ਬੁੱਝਣਾ ਪੈਣਾ ਹੈ। ਬਿਲਕੁਲ ਠੀਕ। ਮੈਂ ਤੇ ਸੌਖਾ ਕਹਿੰਦਾ ਹੁੰਦਾ, ਤੁਸੀਂ ਕਿਸੇ ਵੀ ਥਾਂ ਦੇ ਉੱਤੇ ਜਾਂਦੇ ਆ ਨਾ, ਖਾਸ ਕਰਕੇ ਧਾਰਮਿਕ ਥਾਂ ਤੇ ਜਾਂਦੇ ਆ, ਤਾਂ 3 ਸੱਸੇ ਹਮੇਸ਼ਾ ਸਾਂਭ ਕੇ ਰੱਖਿਆ ਕਰੋ। ਸੱਸਾ ਸੁਣੋ, ਸਭ ਤੋਂ ਪਹਿਲਾਂ ਜੋ ਕੁਝ ਉੱਥੇ ਦੱਸਿਆ ਜਾ ਰਿਹਾ ਉਹਨੂੰ ਬੜੇ ਪਿਆਰ ਨਾਲ ਸੁਣੋ। ਫਿਰ ਸੱਸਾ ਸਮਝੋ, ਇਹ ਜੋ ਕੁਝ ਦੱਸਿਆ ਜਾ ਰਿਹਾ ਇਹਦਾ ਮੇਰੇ ਵਾਸਤੇ ਕੋਈ ਲਾਭ ਜਾਂ ਨੁਕਸਾਨ ਹੈ ਜੀ। ਬਹੁਤਾਤ ਤਬਕਾ ਸਾਡਾ ਸੁਣਦਾ ਹੀ ਨਹੀਂ, ਸੁਣੇ ਤੇ ਫਿਰ ਉਹਨੂੰ ਸਮਝਦਾ ਹੀ ਨਹੀਂ ਜੀ। ਅੱਧਾ ਸੁਣ ਕੇ ਉੱਠ ਜਾਈਏ ਨਾ ਤਾਂ ਪੱਲੇ ਨਹੀਂ ਪੈਂਦਾ। ਬਿਲਕੁਲ। ਤੀਜਾ ਹੈ ਸੱਸਾ, ਉਹਦੀ ਸਾਰ ਲਵੋ, ਉਹਨੂੰ ਹਿਰਦੇ 'ਚ ਵਸਾ ਲਓ, ਸਮਾ ਲਓ, ਉਹਨੂੰ ਉਹੋ ਜਿਹੇ ਬਣਨ ਦੀ ਕੋਸ਼ਿਸ਼ ਕਰੋ, ਤੇ ਫਿਰ ਯਕੀਨਨ ਹੀ ਹੋਊਗਾ। ਇਕੱਲੇ ਪੜ੍ਹਨ ਨਾਲ ਹੀ ਨਹੀਂ, ਫਿਰ ਜਿੱਦਾਂ ਜਿੱਦਾਂ ਉਹਨੂੰ ਸਮਝਾਂਗੇ ਵੀ ਜ਼ਿੰਦਗੀ ਨੂੰ ਉਹਦੇ ਅਨੁਸਾਰ ਢਾਲਾਂਗੇ, ਤੇ ਯਕੀਨਨ ਹੀ ਉਹਦੀ ਆਉਟਪੁੱਟ ਮਿਲੂਗੀ। ਸੋ ਬਹੁਤ ਸਾਰੀਆਂ ਜਿਹੜੇ ਘਟਨਾਵਾਂ ਨੇ, ਮੰਦਭਾਗੀਆਂ ਘਟਨਾਵਾਂ ਨੇ, ਤੁਸੀਂ ਵੀ ਦੇਖਦੇ ਹੋ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਪਰ, ਆਸੇ-ਪਾਸੇ ਇਰਦ ਗਿਰਦ ਤੁਹਾਨੂੰ ਸੁਣਨ ਨੂੰ ਮਿਲਦਾ ਨਿਊਜ਼ ਦੇ ਵਿੱਚ। ਇਹ ਜੋ ਕੁਝ ਵਾਪਰ ਰਿਹਾ, ਪਹਿਲਾਂ ਅਸੀਂ ਸੋਚਦੇ ਹੁੰਦੇ ਸੀ ਵੀ ਜਿਹੜੇ ਕੈਨੇਡਾ, ਅਮਰੀਕਾ ਵਰਗੇ ਮੁਲਕ, ਇਹ ਨੋ ਡਾਊਟ ਹਲੇ ਵੀ ਸਾਰਾ ਕੁਝ ਬਿਲਕੁਲ ਠੀਕ ਹੈ, ਲੇਕਿਨ ਕੁਝ ਪਰਸੈਂਟ ਹੈ ਜਿਹੜਾ ਸ਼ੁਰੂਆਤੀ ਦੌਰ ਕਹਿ ਲਓ ਕਿ ਵੀ ਉਹ ਸਾਰਾ ਕੁਝ ਘਰਾਂ ਦੇ ਵਿੱਚ ਅਣਬਣ, ਘਰਾਂ ਦੇ ਵਿੱਚ ਜਿਹੜੀ ਇੱਕ ਦੂਜੇ ਪ੍ਰਤੀ ਵੈਰ ਦੀ ਭਾਵਨਾ, ਜਿੱਥੇ ਕਿ ਪਿਆਰ ਹੋਣਾ ਚਾਹੀਦਾ ਸੀ ਉੱਥੇ ਵੈਰ ਸ਼ੁਰੂ ਹੋ ਗਿਆ। ਮਨੁੱਖ ਦੇ ਅੰਦਰ ਐਂਜ਼ਾਈਟੀ, ਗੁੱਸਾ, ਬਹੁਤ ਐਂਗਰ ਮੈਨੇਜਮੈਂਟ ਵੀ ਉਹਨੂੰ ਅਸੀਂ ਗੁੱਸਾ ਆਉਣਾ, ਬਿਲਕੁਲ ਬਹੁਤ ਲਾਲਚੀ ਹੋ ਜਾਣਾ, ਇਹ ਚੀਜ਼ਾਂ ਜਿਹੜੀਆਂ ਨਾ ਇਹ ਬਹੁਤ ਹੀ ਆਮ ਹੋ ਚੁੱਕੀਆਂ। ਖਾਸ ਕਰਕੇ ਮੈਂ ਕੈਨੇਡਾ, ਅਮਰੀਕਾ ਦੀ ਗੱਲ ਕਰਾਂ, ਸਾਡੇ ਕੋਲ ਜਿੱਥੇ ਸਮਾਂ ਤਾਂ ਹੁੰਦਾ ਨਹੀਂ ਸੀ, ਕਰੋਨਾ ਵਾਇਰਸ ਕਰਕੇ ਚਲੋ ਠੀਕ ਹੈ ਹੁਣ ਥੋੜਾ ਸਮਾਂ ਵੀ ਮਿਲਿਆ, ਪਰ ਉਸ ਸਮੇਂ ਦੀ ਜਿਹੜੀ ਵਰਤੋਂ ਚੰਗੇ ਪਾਸੇ ਹੋਣੀ ਸੀ ਉਹ ਦੁਰਵਰਤੋਂ ਹੋਈ ਹੈ। ਔਰ ਜਦੋਂ ਅਸੀਂ ਹੁਣ ਜਿਵੇਂ ਹੁਣ ਅਸੀਂ ਓਨਟਾਰੀਓ ਦੀ ਗੱਲ ਕਰ ਰਹੇ ਹਾਂ, ਅਸੀਂ ਦੂਜੇ ਫੇਸ ਦੇ ਵਿੱਚ ਇੰਟਰ ਹੋ ਚੁੱਕੇ ਹਾਂ ਰੀਓਪਨਿੰਗ ਦੇ ਵਿੱਚ। ਉਹ ਜਿਵੇਂ ਰੀਓਪਨਿੰਗ ਹੋ ਰਹੀ ਹੈ ਔਰ ਬਹੁਤ ਸਾਰੀਆਂ ਘਟਨਾਵਾਂ, ਮੰਦਭਾਗੀਆਂ ਘਟਨਾਵਾਂ ਵਾਪਰੀਆਂ ਨੇ। ਪਿੱਛੇ ਜੇ ਐਕਸੀਡੈਂਟ ਹੋਇਆ, ਚੋਰੀ ਦੀ ਗੱਡੀ ਉਹਨੇ ਵਿੱਚ ਮਾਰੀ, ਤਾਂ ਉਹ 20 ਸਾਲ ਦਾ ਜਿਹੜਾ ਨੌਜਵਾਨ ਆ, ਕੀ ਸੋਚਦਾ ਉਹ ਕਿਵੇਂ ਚੋਰੀ ਕੀਤੀ ਉਹ, ਤੇ ਉਹ 4 ਜਣਿਆਂ ਦੀ ਜਿਹੜੀ ਮੌਤ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਮਾਲਟਨ ਦੇ ਵਿੱਚ ਘਟਨਾ ਵਾਪਰੀ ਹੈ। ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਨਹੀਂ ਵੀ ਜ਼ਿਕਰ ਕਰ ਸਕਦੇ।
ਸੋ ਇਹ ਸਾਰੀ ਖੇਡ ਜਿਹੜੀ ਮਨ ਦੀ ਹੈ, ਤੁਸੀਂ ਕੀ ਸਮਝਦੇ ਹੋ? ਬਿਲਕੁਲ ਜੀ, ਇਹ ਸਾਰੀ ਖੇਡ ਮਨ ਦੇ ਵਿਚਾਰਾਂ ਦੀ ਆ। ਆਪਾਂ ਸੌਖਾ ਇਹ ਕਹਿ ਸਕਦੇ ਹਾਂ ਵੀ ਜਦੋਂ ਸਾਡਾ ਮਨ ਕੰਟਰੋਵਰਸੀ 'ਚ ਹੁੰਦਾ ਜੀ, ਅਸੀਂ ਚੰਗਾ ਡਿਸੀਜਨ ਨਹੀਂ ਲੈ ਸਕਦੇ। ਮੈਂ ਜੇ ਕੋਈ ਵੀਰ ਦੇਖ ਰਿਹਾ ਤਾਂ ਉਹਨੂੰ ਬੇਸ਼ੱਕ ਉਹ ਪ੍ਰੈਕਟੀਕਲੀ ਇਸ ਚੀਜ਼ ਨੂੰ ਕਰ ਸਕਦਾ ਹੈ। ਮੰਨ ਲਓ ਮੈਂ ਤੁਹਾਨੂੰ ਆਖਾਂ ਵੀ ਵੀਰ ਜੀ ਤੁਸੀਂ ਮੈਨੂੰ ਕਾਊਂਟਿੰਗ ਸੁਣਾਓ ਜੀ, ਤੁਸੀਂ 1 ਤੋਂ ਸਟਾਰਟ ਕਰਦੇ ਹੋ 10 ਤੱਕ ਇਦਾਂ ਗਿਣਨੇ ਸ਼ੁਰੂ ਕਰ ਦਿੰਦੇ ਹੋ। ਮੰਨ ਲਓ ਇੱਕ ਪ੍ਰੈਕਟੀਕਲੀ ਆਪਾਂ ਕਰਕੇ ਦੇਖੀਏ ਵੀ ਮੈਂ ਕਹਾਂ ਵੀ 1 2 ਨਾਲ ਹੀ ਮੈਂ ਕਹਾਂ ਵੀ ਭਾਈ ਸਾਹਿਬ ਤੁਸੀਂ ਕਾਊਂਟਿੰਗ ਵੀ ਕਰਨੀ ਹੈ ਤੇ ਨਾਲ ਨਾਲ ਤੁਸੀਂ ਨਾ ਗੁਰਮੁਖੀ 35 ਵੀ ਵਿੱਚ ਹੀ ਪੜ੍ਹਨੀ ਹੈ। ਤੁਸੀਂ ਇੱਕ ਸ਼ਬਦ ਉਧਰ ਇੱਕ ਕਹਿਣਾ ਤੇ ਉਧਰ ਊੜਾ ਕਹਿ ਦੇਣਾ ਜੀ, ਨਾਲ ਨਾਲ ਹੁਣ ਤੁਸੀਂ ਅਲਫਾਬੈਟ ਵੀ ਨਾਲ ਹੀ ਪੜ੍ਹਨਾ ਹੈ, ABC ਵੀ ਨਾਲ ਹੀ ਕਹਿਣੀ ਜੀ। ਤੁਸੀਂ ਜੇ ਤਾਂ ਸਿਆਣੇ ਹੋਵੋਗੇ ਤਾਂ ਮੈਨੂੰ ਕਹੋਗੇ ਭਾਈ ਸਾਹਿਬ ਜੀ ਮੈਂ ਇੱਕ ਵੇਲੇ ਇੱਕੋ ਹੀ ਕੰਮ ਕਰ ਸਕਦਾ। ਬਿਲਕੁਲ ਠੀਕ ਹੈ। ਮੈਂ 2 2 3 3 ਨਹੀਂ ਕਰ ਸਕਦਾ। ਜੇ ਮੈਂ 2 2 3 3 ਕਰੂੰਗਾ ਤਾਂ ਜਿਹੜੀ ਚੀਜ਼ ਮੈਂ ਕਰਨੀ ਚਾਹੁੰਦਾ ਉਹਦੇ ਵਿੱਚ ਕਿਤੇ ਖੜੋਤ ਆ ਜਾਊਗੀ ਜਾਂ ਮੈਂ ਉਹਨੂੰ ਭੁੱਲ ਜਾਵਾਂਗਾ ਜੀ। ਇਸ ਇਨ ਬਿਨ ਜਦੋਂ ਮਨ ਦੇ ਵਿੱਚ ਇੱਕ ਵਿਚਾਰ ਦੀ ਬਚਾਏ, ਉਹ ਕਿਉਂ ਕਿਹਾ ਜਾਂਦਾ ਵੀ ਤੁਸੀਂ ਡਰਾਈਵਿੰਗ ਕਰਦੇ ਹੋਏ ਤੁਸੀਂ ਫੋਨ ਨਹੀਂ ਸੁਣਨਾ ਜੀ। ਡਰਾਈਵਿੰਗ ਕਰਦੇ ਕਿਸੇ ਨਾਲ ਗੱਲ ਨਾ ਕਰੋ। ਡਰਾਈਵਿੰਗ ਕਰਦਿਆਂ ਧਿਆਨ ਭਟਕੇ ਨਾ, ਤੁਹਾਡਾ ਸਾਰਾ ਧਿਆਨ ਜਿਹੜਾ ਕੰਮ ਕਰ ਰਹੇ ਉੱਤੇ ਹੋਣਾ ਚਾਹੀਦਾ। ਬਿਲਕੁਲ। ਅੱਜ ਮਨੁੱਖ ਦੇ ਵਿਚਾਰ ਜਿਹੜੇ ਮਨ ਦੇ ਅੰਦਰ ਨਾ ਉਹ ਕਈ ਵਿਚਾਰ ਚੱਲ ਰਹੇ ਨੇ। ਸਹੀ ਹੈ। ਉਹਨੂੰ ਕਾਹਲੀ ਹੈ ਮੈਂ ਕੰਮ ਤੇ ਜਾ ਰਿਹਾ, ਉਹਨੂੰ ਕਾਹਲੀ ਹੈ ਵੀ ਮੈਂ ਆਹ ਕੰਮ ਮੇਰਾ ਰਹਿ ਜਾਣਾ ਹੈ ਜੀ, ਤੇ ਉਹ ਵਿੱਚੇ ਫੋਨ ਨੂੰ ਵੀ ਸੁਣ ਰਿਹਾ, ਲੋਕਾਂ ਨਾਲ ਗੱਲਾਂ ਵੀ ਕਰ ਰਿਹਾ, ਮਨ ਦੇ ਵਿੱਚ ਕਿਤੇ ਲਾਲਚ ਵੀ ਆ ਵੀ ਪ੍ਰਾਪਤ ਕਰ ਲਵਾਂ। ਉਹ ਐਸਾ ਜਦੋਂ ਵਾਪਰਦਾ ਹੈ ਨਾ ਜੀ, ਫਿਰ ਕੀ ਹੁੰਦਾ ਸਾਡਾ ਮਨ ਇੱਕ ਵੇਲੇ ਇੱਕੋ ਹੀ ਕੰਮ ਕਰ ਸਕਦਾ, ਚਾਹੇ ਉਹ ਖੁਸ਼ ਰਹਿ ਸਕਦਾ ਜੀ, ਚਾਹੇ ਉਹ ਦੁਖੀ ਰਹਿ ਸਕਦਾ। ਇਹ ਨਹੀਂ ਹੋਏਗਾ ਵੀ ਤੁਸੀਂ ਚਿੰਤਾ ਵੀ ਲਈ ਜਾਓ ਜੀ, ਤੁਸੀਂ ਮਨ ਦੇ ਅੰਦਰ ਟੈਨਸ਼ਨ ਵੀ ਰੱਖੋ ਤੇ ਤੁਸੀਂ ਕਹੋ ਵੀ ਨਾਲ ਨਾਲ ਮੈਂ ਖੁਸ਼ੀ ਦਾ ਆਨੰਦ ਦਾ ਇਹ ਚੀਜ਼ਾਂ ਦਾ ਨਜ਼ਾਰਾ ਵੀ ਲੈ ਲਾਂ। ਇਹ ਨਹੀਂ ਹੋਣਾ। ਇੱਕ ਵੇਲੇ ਇੱਕੋ ਤਲਵਾਰ ਪੈਣੀ, ਇੱਕ ਵੇਲੇ ਇੱਕੋ ਹੀ ਕੰਮ ਕੀਤਾ ਜਾ ਸਕਦਾ ਹੈ। ਜੇ ਮੈਂ ਚਾਹਾਂ ਵੀ ਮੈਂ ਹੁਣ ਸੋਚਣ ਲੱਗ ਜਾਵਾਂ ਮੈਂ ਇਦਾਂ ਕਰਨਾ ਇਦਾਂ, ਫਿਰ ਸੋਚਿਆ ਹੀ ਜਾ ਸਕਦਾ, ਫਿਰ ਜ਼ਿੰਦਗੀ ਦਾ ਆਨੰਦ ਨਹੀਂ ਲਿਆ ਜਾ ਸਕਦਾ। ਅਸੀਂ ਬਹੁਤਾਤ ਲੋਕ ਇਦਾਂ ਹੀ ਕਰਦੇ ਹਾਂ, ਅਸੀਂ ਇੱਕ ਮਿਆਨ 'ਚ 2 ਤੱਕ ਹੀ 5 ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਹੈ ਜੀ, ਜਦੋਂ ਵਿਚਾਰ ਇੱਕ ਸਥਿਰ ਹੋ ਜਾਣਗੇ ਨਾ ਤਾਂ ਫਿਰ ਉਹ ਆਪਣੇ ਆਪ ਹੀ ਸਾਡੀ ਹਰ ਮੰਜ਼ਿਲ ਸਰ ਹੋਊਗੀ, ਜਦੋਂ ਵਿਚਾਰ ਇੱਕ ਹੋ ਜਾਣਗੇ। ਕਈ ਵਾਰੀ ਅਸੀਂ ਇਹ ਵੀ ਸੁਣਦੇ ਹਾਂ ਜਾਂ ਬਹੁਤ ਸਾਰੇ ਸਾਡੇ ਧਰਮ ਗ੍ਰੰਥ ਇਹ ਵੀ ਕਿਤੇ ਕਹਿੰਦੇ ਨੇ ਕਿ ਜਿਹੜਾ ਸ਼ੈਤਾਨ ਫਿਰ ਮਨੁੱਖ ਤੋਂ ਭਗਵਾਨ। ਹਾਂਜੀ, ਮਤਲਬ ਸ਼ੈਤਾਨ ਮੈਂ ਤਾਂ ਕਿਹਾ ਕਿ ਵੀ ਜਦੋਂ ਸਾਡੀਆਂ ਜਿਹੜੀਆਂ ਗਤੀਵਿਧੀਆਂ ਨੇ, ਸਾਡੀਆਂ ਪ੍ਰਵਿਰਤੀਆਂ ਨੇ, ਉਹ ਮਨੁੱਖੀ ਵਰਤਾਰਾ ਨਹੀਂ ਵਾਪਰਨ ਦਿੰਦੀਆਂ। ਇਹ ਕਹਿ ਲਓ ਕਿ ਅਣਮਨੁੱਖੀ ਵਰਤਾਰਾ। ਮਨੁੱਖੀ ਵਰਤਾਰੇ 'ਚ ਕੀ ਆਉਂਦਾ? ਕਿਸੇ ਨੂੰ ਮਾਰ ਦੇਣਾ, ਕਿਸੇ ਨੂੰ ਮਤਲਬ ਬੰਦੇ ਨੂੰ ਬੰਦਾ ਨਾ ਸਮਝਣਾ। ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਕਿ ਜਿੱਥੇ ਮਤਲਬ ਮਾਰ ਘਾਟ ਜਿਹੜੀ ਆ ਕਤਲੋਗਾਰਤ ਚੱਲ ਰਹੀ ਹੈ। ਲੇਕਿਨ ਇਸ ਤੋਂ ਵੀ ਉੱਪਰ ਜਦੋਂ ਅਸੀਂ ਹੋਰ ਜ਼ਿਆਦਾ ਦੇਖਦੇ ਹਾਂ ਗਹਿਰਾਈ ਦੇ ਨਾਲ, ਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਇੱਕ ਦੂਜੇ ਦੇ ਪ੍ਰਤੀ ਨਾ ਜਿਹੜੇ ਗੁੱਸੇ ਨੇ, ਗੁੱਸੇ ਤੋਂ ਬਾਅਦ ਇਹ ਚਰਮ ਸੀਮਾ ਆ ਜਾਂਦੀ ਹੈ ਕਿ ਬੰਦਾ ਆਪਣੇ ਹੀ ਸਾਕ ਸੰਬੰਧੀ ਨੂੰ, ਚਾਹੇ ਉਹ ਭੈਣ ਭਰਾ ਹੋਵੇ, ਪਿਓ ਹੋਵੇ, ਜ਼ਮੀਨ ਪਿੱਛੇ ਬਹੁਤ ਸਾਰੇ ਕਤਲ ਹੁੰਦੇ ਦੇਖੇ ਆ, ਭਰਾ ਨਾਲ ਮਰਦੇ ਦੇਖੇ ਆ, ਭੈਣਾਂ ਦੀਆਂ ਗੱਲਾਂ ਦੇਖੀਆਂ ਨੇ ਕਿ ਬਹੁਤ ਸਾਰਾ ਫਿਰ ਬਲਾਤਕਾਰ ਹੋ ਰਹੇ ਨੇ। ਸੋ ਇਹ ਚੀਜ਼ ਜਿਹੜੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਣਦੀ ਹੈ, ਲੇਕਿਨ ਇਹਦੇ ਤੋਂ ਬਾਹਰ ਵੀ ਨਿਕਲਿਆ ਜਾ ਸਕਦਾ, ਗੁਰਬਾਣੀ ਕਹਿੰਦੀ ਹੈ। ਲੇਕਿਨ ਜਿਹੜਾ ਮਨੁੱਖ ਸ਼ੈਤਾਨ ਤੋਂ ਮਨੁੱਖ ਤੋਂ ਭਗਵਾਨ ਦਾ ਜਾਂ ਮਹਾਂਪੁਰਖ ਦਾ ਜਿਹੜਾ ਸਫ਼ਰ ਹੈ, ਤੁਹਾਡੇ ਮੁਤਾਬਕ ਉਹ ਕਿਵੇਂ ਤੈਅ ਕੀਤਾ ਜਾ ਸਕਦਾ? ਵੀ ਜੀ ਬੜਾ ਸੌਖਾ ਜਿਹਾ ਇਹਦਾ ਆ। ਐਂ ਕਹਿ ਸਕਦੇ ਹਾਂ ਇਹ ਤੁਹਾਡੇ ਸਵਾਲ ਦੇ ਵਿੱਚ ਨਾ ਹਰ ਮੁਸੀਬਤ ਦਾ ਹੱਲ ਲੁਕਿਆ ਹੋਇਆ ਆ ਵੀ, ਕਿਉਂਕਿ ਗੱਲ ਹੀ ਸਾਰੀ ਆ, ਜਦੋਂ ਆਪਾਂ ਕਹਿ ਸਕਦੇ ਹਾਂ ਵੀ ਪੈਦਾ ਜਦੋਂ ਹੁੰਦੇ ਆ ਨਾ ਸਾਰੇ ਜੀ, ਉਹ ਤਕਰੀਬਨ ਐ ਕਹੀਏ ਵੀ ਇਨਸਾਨ ਦੇ ਰੂਪ 'ਚ ਹੀ ਹੁੰਨੇ ਆਪਾਂ। ਰੱਬ ਜੀ ਸਾਨੂੰ 2 ਹੱਥ ਬਖਸ਼ਦੇ ਆ, ਸੋਹਣੇ ਨੈਣ ਦਿੰਦੇ ਆ, ਸੁਣ ਲਈ ਕੰਨ ਦਿੰਦੇ ਨੇ, ਏਦਾਂ ਹੀ ਤੁਰਨ ਵਾਸਤੇ ਪੈਰ ਆ। ਚਲੋ ਕੁਛ ਹੁੰਦੇ ਜਿਨ੍ਹਾਂ ਨੂੰ ਇਹ ਚੀਜ਼ਾਂ ਮਿਸ ਹੁੰਦੀਆਂ ਆ, ਤੇ ਪਰ ਮੈਂ ਕਹਿੰਦਾ ਵਾਂ ਵੀ ਪ੍ਰਮਾਤਮਾ ਨੂੰ ਜਦੋਂ ਸਾਨੂੰ ਇਹ ਜਨਮ ਦਿੱਤਾ ਜਾਂਦਾ ਸੀ, ਸਾਰੇ ਇਨਸਾਨ ਹੀ ਪੈਦਾ ਹੁੰਦੇ ਆ ਜੀ। ਪਰ ਜਦੋਂ ਸਾਡੀ ਮੌਤ ਹੁੰਦੀ ਆ, ਜ਼ਰੂਰੀ ਨਹੀਂ ਉਹ ਸਾਰੀ ਮੌਤ ਸਾਰਿਆਂ ਦੀ ਇਨਸਾਨੀ ਰੂਪ 'ਚ ਹੀ ਹੋਵੇ। ਕੁਛ ਇਦਾਂ ਦੇ ਹੁੰਦੇ ਜਿਹੜੇ ਇਨਸਾਨ ਤੋਂ ਸਫ਼ਰ ਤੈਅ ਕਰਦੇ ਨੇ, ਚੰਗੀ ਜ਼ਿੰਦਗੀ ਜੀਂਦੇ ਨੇ, ਇਨਸਾਨ ਬਣੇ ਰਹਿੰਦੇ ਨੇ, ਤੇ ਉਹ ਆਪਣੇ ਚੰਗੇ ਗੁਣਾਂ ਕਰਕੇ ਲੋਕ ਅਕਸਰ ਉਹਨਾਂ ਨੂੰ ਕਹਿੰਦੇ ਵੀ ਫਲਾਣਾ ਬੰਦਾ ਰੱਬ ਵਰਗਾ। ਕਿਉਂ? ਉਹ ਕੋਈ ਸੋਨੇ ਦੇ ਕੱਪੜੇ ਪਾ ਕੇ ਥੋੜੀ ਘੁੰਮ ਰਿਹਾ, ਉਹ ਰੱਬ ਵਰਗਾ ਕਿਉਂ? ਕਿਉਂਕਿ ਉਹਦਾ ਨੇਚਰ
ਰੱਬ ਦੇ ਗੁਣਾਂ ਨਾਲ ਮੇਲ ਖਾਂਦਾ। ਬਿਲਕੁਲ ਠੀਕ। ਜਿੱਦਾਂ ਆਪਾਂ ਕਿਹਾ ਨਾ ਵੀ ਨਿਰਭਉ ਹੈ, ਨਿਰਵੈਰ ਹੈ, ਨਾ ਉਹ ਕਿਸੇ ਨਾਲ ਦੁਸ਼ਮਣੀ ਰੱਖਦਾ, ਉਹ ਹਰ ਇੱਕ ਦੀ ਮਦਦ ਕਰਦਾ, ਕਿਸੇ ਨਾਲ ਉਹਨੂੰ ਮਤਲਬ ਕਿਸੇ ਦਾ ਡਰ ਨਹੀਂ ਹੈ। ਏਦਾਂ ਰੱਬ ਦੇ ਸੁਭਾਅ ਨਾਲ ਮੇਲ ਖਾਣਾ ਰੱਬ ਵਰਗਾ ਹੈ। ਪਰ ਕਈ ਵਾਰ ਅਸੀਂ ਅਕਸਰ ਇਹ ਸ਼ਬਦ ਕਈ ਬੰਦਿਆਂ ਲਈ ਵਰਤਦੇ ਵੀ ਫਲਾਣਾ ਤੇ ਜਨਮ ਸਾਰਿਆਂ ਦਾ ਇਨਸਾਨ ਦਾ ਹੋਇਆ, ਉਹਦੇ ਕੀਤੇ ਕੰਮਾਂ ਕਰਕੇ ਜਿਹੜੀ ਜ਼ਿੰਦਗੀ ਉਹ ਜੀ ਕੇ ਗਿਆ ਨਾ, ਜਦੋਂ ਮਰੇਗਾ ਕੁਝ ਲੋਕ ਤੇ ਇਨਸਾਨ ਤੋਂ ਭਗਵਾਨ ਬਣ ਕੇ ਕਹਿ ਲੋ ਗਏ, ਪਰ ਕੁਝ ਇਨਸਾਨ ਤੋਂ ਸ਼ੈਤਾਨ ਬਣ ਕੇ ਗਏ। ਉਹ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਹ ਸਾਡੇ ਮਨੁੱਖੀ ਸੁਭਾਅ ਤੇ ਹੀ ਖੜੀਆਂ ਨੇ। ਜੇ ਕਾਸ਼ ਸਾਨੂੰ ਇਹਨੂੰ ਬਦਲਣ ਦਾ ਪ੍ਰਮਾਤਮਾ ਕਿਤੇ ਢੰਗ ਦੇ ਦੇਵੇ ਵੀ ਅਸੀਂ ਕਿਸ ਤਰ੍ਹਾਂ ਕਰਨਾ ਹੈ। ਮੈਂ ਤਾਂ ਅਕਸਰ ਕਹਿੰਦਾ ਉਹਨਾਂ ਸੌਖਾ ਜਦੋਂ ਤੁਸੀਂ ਕੋਈ ਗਲਤੀ ਕਰਕੇ ਗਲਤੀ ਨੂੰ ਮੰਨ ਲੈਂਦੇ ਆ, ਇਹਦਾ ਮਤਲਬ ਤੁਹਾਡੇ ਅੰਦਰ ਉਸ ਨੂੰ ਠੀਕ ਕਰਨ ਦੀ ਭਾਵਨਾ ਹੈਗੀ ਹੈ, ਜਾਂ ਕਹਿ ਲਓ ਸਿੱਖਣ ਦੀ ਭਾਵਨਾ ਖਤਮ ਨਹੀਂ ਹੋਈ। ਸੋ ਜਦੋਂ ਤੁਹਾਡੇ ਅੰਦਰ ਹੰਕਾਰ ਹੈ ਤੇ ਇੱਕ ਤੁਹਾਡੀ ਈਗੋ ਕੰਮ ਕਰ ਰਹੀ ਹੈ ਕਿ ਵੀ ਮੈਂ ਕਿਵੇਂ ਗਲਤੀ ਮੰਨ ਲਾਂ, ਜੇ ਗਲਤੀ ਮੰਨ ਲਈ ਤਾਂ ਮੇਰਾ ਸਟੈਂਡ ਨਹੀਂ ਰਹਿਣਾ, ਮੈਂ ਇਦਾਂ ਥੋੜਾ ਹੋ ਸਕਦਾ। ਸੋ ਇਹ ਵੀ ਕੋਈ ਮਤਲਬ ਸੀ ਭੈਣ ਸੀ, ਉਹ ਕਾਰ ਚਲਾ ਰਹੀ ਸੀ ਜੀ, ਤੇ ਉਹਨੇ ਕੀ ਹੋਇਆ ਵੀ ਇੱਕ ਕਾਰ ਆਣ ਕੇ ਉਹਦੇ ਵਿੱਚ ਵੱਜ ਗਈ। ਗਲਤੀ ਉਹ ਲੜਕੀ ਦੀ ਸੀ, ਪਰ ਉਹ ਬਾਹਰ ਨਿਕਲ ਕੇ ਕਹਿੰਦੀ ਵੀ ਲੋਕਾਂ ਨੂੰ ਕਾਰ ਨਹੀਂ ਚਲਾਉਣੀ ਆਉਂਦੀ ਆ, 6ਵੀਂ ਕਾਰ ਆ ਜਿਹੜੀ ਸਵੇਰ ਦੀ ਮੇਰੇ ਵਿੱਚ ਵੱਜੀ ਹੈ। ਅੱਛਾ। ਰੱਖ ਕੇ ਤਿਲਕ ਕੇ ਡਿੱਗ ਪੈਂਦਾ। ਹਾਂਜੀ। ਫਿਰ ਵੀ ਉਹ ਕੇਲੇ ਦੇ ਛਿਲਕੇ ਨੂੰ ਚੱਕ ਕੇ ਗਾਰਬੇਜ ਬਿਨ ਦੇ ਵਿੱਚ ਨਹੀਂ ਸੁੱਟਦਾ। ਦੂਜੀ ਸਵੇਰ ਜਦੋਂ ਉਹ ਬਾਹਰ ਨਿਕਲਦਾ ਤਾਂ ਦੇਖਦਾ ਆਸੇ-ਪਾਸੇ ਕੁਛ ਹੈ ਤਾਂ ਨਹੀਂ, ਉਹਨੂੰ ਕੇਲੇ ਦਾ ਛਿਲਕਾ ਫੇਰ ਨਜ਼ਰ ਆਉਂਦਾ। ਉਹ ਕੇਲੇ ਦੇ ਛਿਲਕਾ ਦੇਖਣ ਸਾਰ ਆਪਣਾ ਡੋਰ ਹੈ ਜਿਹੜਾ ਦਰਵਾਜ਼ਾ ਬੰਦ ਕਰ ਦਿੰਦਾ, ਘਰੇ ਆ ਜਾਂਦਾ। ਉਹਦੀ ਵਾਈਫ ਪੁੱਛਦੀ ਆ, ਉਹਦੀ ਘਰ ਵਾਲੀ ਕਹਿੰਦੀ ਵੀ ਤੂੰ ਗਿਆ ਨਹੀਂ ਕੰਮ ਤੇ? ਕਹਿੰਦਾ ਕੇਲੇ ਦਾ ਛਿਲਕਾ ਬਾਹਰ ਡਿੱਗਿਆ ਪਿਆ, ਅੱਜ ਫੇਰ ਮੈਨੂੰ ਡਿੱਗਣਾ ਪੈਣਾ। ਇਸ ਕਰਕੇ ਅਜਿਹੀ ਜਿਹੜੀ ਸਾਡੀ ਸੋਚ ਹੈ ਨਾ, ਅਸੀਂ ਕਈ ਵਾਰੀ ਆਪਣੇ ਜਿਹੜਾ ਨਾ ਆਲਸ ਨਹੀਂ ਸਾਫ਼ ਕਰਦੇ, ਇਹ ਵੀ ਅੱਜ ਕੱਲ੍ਹ ਸੁਭਾਅ ਬਣਿਆ, ਸਾਨੂੰ ਸ਼ੀਸ਼ਾ ਹੀ ਮੈਲਾ ਲੱਗਦਾ ਹੈ। ਬਿਲਕੁਲ ਬਿਲਕੁਲ। ਸੋ ਅੱਗੇ ਜਿਹੜਾ ਸਵਾਲ ਇਹ ਆ ਭਾਈ ਸਾਹਿਬ ਜੀ, ਸਵਾਲ ਨਹੀਂ ਸਿਰਫ ਵਿਚਾਰ ਚਰਚਾ ਕਰ ਰਹੇ ਹਾਂ ਕਿ ਜਦੋਂ ਅਸੀਂ ਮਨੁੱਖੀ ਮਨ ਦੀ ਜਾਂ ਮਨੁੱਖੀ ਸੁਭਾਅ ਦੀ ਗੱਲ ਕਰਦੇ ਹਾਂ ਤਾਂ ਉਦੋਂ ਸਾਡੇ ਕੋਲ ਬਹੁਤ ਅਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਜਿਹੜੀਆਂ ਕਿ ਗੁਰਬਾਣੀ ਦੇ ਨਾਲ ਮੇਲ ਖਾਂਦੀਆਂ, ਪਰ ਗੁਰਬਾਣੀ ਸਾਨੂੰ ਕਹਿੰਦੀ ਹੈ ਪਰ ਮੰਨਣ ਲਈ ਤਿਆਰ ਨਹੀਂ ਹੁੰਦੇ। ਉਹਦੇ ਬਾਰੇ ਵੀ ਚਰਚਾ ਕਰਾਂਗੇ। ਇੱਕ ਫੋਨ ਕਾਲ ਲੈ ਲਈ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਲੱਗਦਾ ਹੈ। ਅਕਸਰ ਹੀ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਹਾਂ ਜੀ। ਸ਼ੁਕਰੀਆ ਜੀ। ਜੋ ਤੁਸੀਂ ਟੌਪਿਕਸ ਚੂਜ਼ ਕਰਦੇ ਹੋ ਬਹੁਤ ਹੀ ਵਧੀਆ ਟੌਪਿਕਸ ਨੇ ਜੀ। ਸ਼ੁਕਰੀਆ। ਜੋ ਭਾਈ ਸਾਹਿਬ ਬਲਜੀਤ ਭਾਈ ਸਾਹਿਬ ਜੀ ਸਮਝਾ ਰਹੇ ਨੇ, ਸਾਰਿਆਂ ਨੂੰ ਬਹੁਤ ਹੀ ਵਧੀਆ ਸਮਝਾਉਂਦੇ ਨੇ ਜੀ। ਔਰ ਮੇਰਾ ਸਵਾਲ ਹੈ ਜੀ, ਮੈਂ ਪਹਿਲਾਂ ਕਿਸੇ ਗੁਰਦੁਆਰਾ ਸਾਹਿਬ ਜਾਂਦੀ ਸੀ, ਮੈਂ ਦੇਖਿਆ ਉੱਥੋਂ ਦੇ ਜੋ ਪ੍ਰਬੰਧਕ ਅਕਸਰ ਹੀ ਜੀ ਮਾਈਕ ਫੜ ਕੇ ਦੂਸਰਿਆਂ ਨੂੰ ਇਹੀ ਉਪਦੇਸ਼ ਦਿੰਦੇ ਨੇ ਕਿ ਕਿਸੇ ਨਾਲ ਝਗੜਾ ਨਹੀਂ ਕਰਨਾ ਜੀ, ਵਿਰੋਧ ਨਹੀਂ ਕਰਨਾ ਜੀ, ਹਮੇਸ਼ਾ ਤੁਸੀਂ ਸੇਵਾ 'ਚ ਹਿੱਸਾ ਪਾਓ ਜਾਂ ਦਾਨ ਕਰੋ ਜੀ। ਪਰ ਉਹ ਬਾਅਦ ਵਿੱਚ ਗੋਲਕ ਗਿਣਨ ਸਮੇਂ ਡਾਲਰਾਂ ਪਿੱਛੇ ਲੜਦੇ ਨੇ। ਐਸਾ ਕਿਉਂ ਹੈ ਜੀ ਕਿ ਜੋ ਦੂਸਰਿਆਂ ਨੂੰ ਉਪਦੇਸ਼ ਦਿੰਦੇ ਨੇ ਉਹ ਖੁਦ ਝਗੜਾ ਕਰ ਰਹੇ ਨੇ? ਤਾਂ ਤੁਹਾਡਾ ਸਵਾਲ ਬੜਾ ਅੱਛਾ ਹੈ, ਪਰ ਇਹਦੇ ਵਿੱਚ ਕੰਟਰੋਵਰਸੀ ਵੀ ਵਿੱਚ ਨਾਲ ਸ਼ਾਮਿਲ ਹੈ। ਉਹਦੇ ਬਾਰੇ ਵੀ ਭਾਈ ਸਾਹਿਬ ਨਾਲ ਚਰਚਾ ਕਰਦੇ ਹਾਂ ਵੀ ਇਹ ਕਿਉਂ ਹੋ ਰਿਹਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇਖਣ ਦੇ ਲਈ ਔਰ ਉਸਦਾ ਫੀਡਬੈਕ ਦੇਣ ਦੇ ਲਈ, ਔਰ ਅੱਗੇ ਤੋਂ ਵੀ ਅਸੀਂ ਕੁਝ ਅਜਿਹਾ ਹੀ ਨਵਾਂ ਤੁਹਾਡੇ ਲਈ ਪੇਸ਼ ਜਿਹੜੀ ਕਰਦੇ ਰਹਾਂਗੇ।
ਪਰ ਇੱਕ ਨਾਲ ਦੀ ਨਾਲ ਸੁਝਾਅ ਜਿਹੜਾ ਹੈ ਉਹ ਇਹ ਹੈ ਕਿ ਵੀ ਜਦੋਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮਸ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਕਰਦੇ ਹਾਂ ਤਾਂ ਤੁਸੀਂ ਸਾਨੂੰ ਫੋਨ ਕਾਲਸ ਕਰਕੇ ਜਾਂ ਕਿਸੇ ਵੀ ਕਿਸਮ ਦੇ ਤਰੀਕੇ ਨਾਲ, ਚਾਹੇ ਈਮੇਲ ਚਾਹੇ ਮੈਸੇਜ ਦੇ ਜ਼ਰੀਏ ਫੀਡਬੈਕ ਜ਼ਰੂਰ ਦਿਓ ਕਿ ਜਿਹੜਾ ਫਲਾਂ ਪ੍ਰੋਗਰਾਮ ਆ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਭੈਣ ਜੀ ਕਾਲ ਕਰਨ ਲਈ। ਥੈਂਕ ਯੂ। ਜੀ ਭਾਈ ਸਾਹਿਬ, ਇਹ ਬੜਾ ਨਹੀਂ ਸਵਾਲ ਇਹਨਾਂ ਦਾ, ਕਿਉਂਕਿ ਸਾਨੂੰ ਤਾਂ ਲੱਗਦਾ ਹੈ ਵੀ ਕੰਟਰੋਵਰਸੀ ਵਾਲਾ, ਕਿਉਂਕਿ ਇਹ ਸਵਾਲ ਕਰਦਾ ਹੀ ਨਹੀਂ ਕੋਈ। ਤਕਰੀਬਨ ਮੈਂ ਪਹਿਲਾਂ ਕਿਹਾ ਨਾ ਵੀ 3 ਸੱਸੇ ਜ਼ਰੂਰੀ ਹੋਣੇ, ਸੁਣੋ ਸਮਝੋ। ਅਸੀਂ ਬਹੁਤਾਤ ਵੈਸੇ ਮੈਨੂੰ ਭੈਣ ਜੀ ਦੀ ਆਵਾਜ਼ ਤੋਂ ਲੱਗਦਾ ਵੀ ਇਹ ਜਿੱਦਾਂ ਕਾਫੀ ਧਾਰਮਿਕ ਖਿਆਲਾਂ ਵਾਲੇ ਨੇ ਜੀ, ਤੇ ਗੁਰਦੁਆਰੇ ਜਦੋਂ ਅਸੀਂ ਜਾਂਦੇ ਆ ਨਾ ਤਾਂ ਹਰ ਬੰਦਾ ਉੱਥੇ ਸੁੱਖ ਸ਼ਾਂਤੀ ਪਰਿਵਾਰ ਦੀ ਘਰ-ਬਾਰ ਦੀ ਮੰਗਣ ਵਾਸਤੇ ਜਾਂਦਾ ਹੈ। ਬਿਲਕੁਲ ਠੀਕ। ਪਰ ਕਈ ਵਾਰ ਜਿਹੜੀ ਚੀਜ਼ ਅਸੀਂ ਖੁਦ ਲੈਣ ਜਾਂਦੇ ਉੱਥੇ ਉਹ ਚੀਜ਼ ਨਹੀਂ ਹੁੰਦੀ, ਉੱਥੇ ਅਸ਼ਾਂਤੀ ਫੈਲੀ ਹੁੰਦੀ ਹੈ। ਮੈਂ ਥੋੜਾ ਜਿਹਾ ਹੁਣ ਇਹਨਾਂ ਨੇ ਗੱਲ ਕੀਤੀ ਹੈ ਵੀ ਪ੍ਰਬੰਧਕ ਮਾਈਕ ਫੜ ਕੇ ਇਦਾਂ ਕਰਦੇ ਨੇ, ਕਿ ਪ੍ਰਬੰਧਕ ਹੋਣ ਦੇ ਨਾਤੇ ਗੱਲ ਮੇਰੇ ਤੇ ਵੀ ਉਨੀ ਹੀ ਢੁਕਦੀ ਹੈ, ਕਿਉਂਕਿ ਬਹੁਤਾਤ ਅੱਜ ਕੱਲ ਕਿਸੇ ਨੂੰ ਵੀ ਦੇਖੋ ਕਹਿੰਦੇ ਗੁਰਦੁਆਰੇ ਤੁਸੀਂ ਬਣਾਏ ਜਾਂ ਤੇ ਪਰਮਿਟ ਲਵਾਉਣ ਲਈ ਆ ਤੇ ਜਾਂ ਗੁਰਦੁਆਰੇ ਦੀਆਂ ਗੋਲਕਾਂ ਪਿੱਛੇ ਤੁਸੀਂ ਜਾਂ ਟੈਕਸ ਸੇਵ ਕਰਨ ਲਈ। ਮੈਂ ਥੋੜੀ ਜੀ ਛੋਟੀ ਜੀ ਇੱਕ ਦਲੀਲ ਦੇ ਕੇ ਸਮਝਾਉਣਾ ਵਾ ਵੀ ਕੋਈ ਇਨਸਾਨ ਸੀ ਜੀ, ਉਹ ਆਪਣੇ ਅਧਿਆਪਕ ਦੇ ਕੋਲ ਪੜ੍ਹਨ ਜਾਏ ਤੇ ਅਧਿਆਪਕ ਨੇ ਉਹਨੂੰ ਇੱਕ ਦਿਨ ਲੈਸਨ ਪੜ੍ਹਾਇਆ, ਕਹਿੰਦਾ ਵੀ ਬੇਟੇ ਕਾਪੀ ਦੇ ਉੱਤੇ ਲਿਖ ਕ੍ਰੋਧ ਨਾ ਕਰੋ, ਗੁੱਸਾ ਨਾ ਕਰੋ ਜੀ, ਇਹਨੂੰ ਯਾਦ ਕਰ। ਹੁਣ 3 ਹੀ ਸ਼ਬਦ ਸੀ, ਕ੍ਰੋਧ ਨਾ ਕਰੋ। ਉਹਨੇ 5-7 ਵਾਰ ਪੜ੍ਹ ਕੇ ਕਹਿੰਦਾ ਜੀ ਇਹ ਮੈਨੂੰ ਯਾਦ ਨਹੀਂ ਹੋਇਆ। ਉਹਨੇ ਫਿਰ ਟੀਚਰ ਨੇ ਅਧਿਆਪਕ ਨੇ ਕੋਲ ਬੁਲਾਇਆ, ਕਹਿੰਦਾ ਬੇਟੇ ਬੜਾ ਸੌਖਾ ਜਿਹਾ ਹੀ ਆ, ਵੇਖ ਕ੍ਰੋਧ ਨਾ ਕਰੋ। ਬੱਚੇ ਨੇ 4-5 ਵਾਰ ਫਿਰ ਪੜ੍ਹਿਆ ਪਰ ਉਹਨੂੰ ਯਾਦ ਨਹੀਂ ਹੋਇਆ ਜੀ। ਟੀਚਰ ਦੇ ਮਨ 'ਚ ਥੋੜਾ ਜਿਹਾ ਖਫਾਪਨ ਜਿਹਾ ਆ ਗਿਆ, ਗੁੱਸੇ 'ਚ ਆਇਆ ਵੀ ਇਹ ਕੀ ਕਹਿ ਰਿਹਾ, ਇਹਨੂੰ ਸੌਖਾ ਜਿਹਾ ਸ਼ਬਦ ਆ। ਕਹਿੰਦਾ ਚੱਲ ਬੇਟੇ ਤੂੰ ਕੱਲ ਕਰ ਆਈ। ਅਗਲੇ ਦਿਨ ਆਇਆ ਤੂੰ ਕਹਿੰਦਾ ਜੀ ਮੈਨੂੰ ਫਿਰ ਯਾਦ ਨਹੀਂ ਹੋਇਆ ਜੀ। 5-7 ਵਾਰ ਪੜ੍ਹਾਉਣ ਤੋਂ ਬਾਅਦ ਵੀ ਉਹ ਕਹਿੰਦਾ ਮੈਨੂੰ ਯਾਦ ਨਹੀਂ ਹੋਇਆ। ਅਧਿਆਪਕ ਨੂੰ ਗੁੱਸਾ ਆਇਆ, ਉਹਨੇ ਆਪਣੀ ਮੱਤ ਅਨੁਸਾਰ 4-5 ਉਹਦੇ ਮਤਲਬ ਉਹਨੂੰ ਸਜ਼ਾ ਦੇਣ ਲਈ ਥੱਪੜ ਮਾਰੇ ਤੇ ਕਹਿੰਦਾ ਸੌਖਾ ਜਿਹਾ ਤਾਂ ਹੈ, ਕ੍ਰੋਧ ਨਾ ਕਰੋ ਜੀ। ਪਰ ਜਦੋਂ ਇਹਨਾਂ ਟੀਚਰ ਨੇ ਕਿਹਾ ਤੇ ਉਹਦੀਆਂ ਅੱਖਾਂ ਲਾਲ ਸੀ, ਮੱਥੇ ਤੇ ਸ਼ਿਕਨ ਸੀ, ਬੜਾ ਗੁੱਸੇ 'ਚ ਲਾਲ ਸੀ। ਹੁਣ ਬੱਚਾ ਕਹਿੰਦਾ ਜੀ ਹੋ ਗਿਆ ਯਾਦ। ਉਹ ਕਹਿੰਦਾ ਜੀ ਹੋ ਵੀ ਗਿਆ ਤੇ ਨਾਲ ਸਾਖਸ਼ਾਤ ਕ੍ਰੋਧ ਦੇ ਦਰਸ਼ਨ ਵੀ ਹੋ ਗਏ। ਦੇਖ ਲਿਆ ਕ੍ਰੋਧ ਕੀ, ਕ੍ਰੋਧ ਤੁਸੀਂ ਕਹਿ ਰਹੇ ਸੀ ਕ੍ਰੋਧ ਨਾ ਕਰੋ, ਪਰ ਤੁਸੀਂ ਇਹ ਗੱਲ ਕ੍ਰੋਧ ਕਰਕੇ ਸਮਝਾ ਰਹੇ। ਮਾਫੀ ਦੇਣਾ ਜੀ, ਜਿੰਨਾ ਵੀ ਸਾਡਾ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਨਾ, ਕੁਝ ਇੱਕ ਨੂੰ ਛੱਡ ਕੇ ਜਿਹੜੀ ਚੀਜ਼ ਦੀ ਉਹ ਰੌਲਾ ਪਾ ਰਹੇ ਨੇ, ਜਿਹੜੀ ਚੀਜ਼ ਦਾ ਵੀ ਅਸੀਂ ਗੁਰਦੁਆਰੇ ਦੇ ਵਿੱਚ ਆਹ ਕਰਾਉਂਦੇ ਆ, ਅਸੀਂ ਆਹ ਦਿੰਦੇ ਆ, ਇੱਥੇ ਕਥਾਵਾਚਕ ਸੁੱਖ ਸ਼ਾਂਤੀ ਵੰਡਦਾ, ਇੱਥੇ ਆਹ ਹੁੰਦਾ ਆ ਜੀ, ਉਹ ਉਹਨਾਂ ਗੱਲਾਂ ਦੇ ਉਲਟੀ ਉੱਥੇ ਕੰਮ ਕਰਦੇ ਨੇ। ਬਿਲਕੁਲ ਠੀਕ ਹੈ। ਲੋਕਾਂ ਨੂੰ ਬੇਸ਼ੱਕ ਕਹਿਣਗੇ ਦਾਨ ਪੁੰਨ ਕਰੋ, ਮੈਂ ਅੱਜ ਤੱਕ ਕਦੇ ਕਿਸੇ ਪ੍ਰਬੰਧਕ ਨੂੰ ਗੋਲਕ ਦੇ ਵਿੱਚ $1 ਮੱਥਾ ਟੇਕਦੇ ਨਹੀਂ ਦੇਖਿਆ। ਕਿਉਂ? ਉਹ ਕਹਿੰਦੇ ਜੀ ਸਾਡੇ ਕੋਲ ਹੀ ਆਉਣੇ ਆ। ਇਹ ਕਿਉਂਕਿ ਤੁਸੀਂ ਇੱਕ, ਮੈਂ ਦਰਸ਼ਕਾਂ ਨੂੰ ਵੀ ਇਸ ਚੀਜ਼ ਦੇ ਬਾਰੇ ਦੱਸ ਦਵਾਂ ਕਿ ਭਾਈ ਸਾਹਿਬ ਆਪ ਵੀ ਇੱਕ ਪ੍ਰਬੰਧਕੀ ਢਾਂਚੇ ਦੇ ਵਿੱਚ ਪ੍ਰਧਾਨ ਦੀ ਸੇਵਾ ਜਿਹੜੀ ਉਹ ਨਿਭਾ ਰਹੇ ਇੱਕ ਗੁਰਦੁਆਰੇ ਦੇ ਵਿੱਚ। ਤਾਂ ਹੀ ਜਿਹੜੀਆਂ ਚੀਜ਼ਾਂ ਜੋ ਖਾਮੀਆਂ ਨੇ, ਜੋ ਇਹਨਾਂ ਨੇ ਭੈਣ ਜੀ ਨੇ ਇੱਕ ਸਵਾਲ ਕੀਤਾ ਸੀ, ਉਹ ਆਪ ਹੀ ਸਾਖਸ਼ਾਤ ਇਹਨਾਂ ਨੇ ਆਪ ਦੱਸੀ ਹੈ ਕਿ ਪ੍ਰਬੰਧਕੀ ਢਾਂਚੇ ਦੇ ਜਿਹੜੇ ਲੋਕ ਨੇ, ਜਿਹੜਾ ਇਹ ਪ੍ਰਬੰਧਕੀ ਢਾਂਚਾ ਜੇ ਅਗਰ ਉਹ ਹੀ ਨਹੀਂ ਕਰੇਗਾ ਤਾਂ ਫਿਰ ਕਰਨਾ ਕੀ ਨੇ। ਕਾਲ ਹੋਰ ਆ ਰਹੀ ਹੈ ਜੀ, ਉਸ ਤੋਂ ਬਾਅਦ ਆਪਾਂ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ 'ਚ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਰਮਨ ਜੀ, ਮੈਂ ਦਿੱਲੀ ਤੱਕ ਤੋਂ ਬੋਲ ਰਿਹਾ ਜੀ। ਜੀ ਜੀ। ਤੇ ਮੈਂ ਵੀ ਤੁਹਾਡਾ ਪ੍ਰੋਗਰਾਮ ਹਰ ਦਿਨ ਦੇਖਦਾ ਹਾਂ, ਬੜਾ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ ਜੀ, ਬੜੀਆਂ ਕੁਝ ਗੱਲਾਂ ਸਿੱਖਣ ਨੂੰ ਮਿਲਦੀਆਂ ਜੀ। ਸ਼ੁਕਰੀਆ। ਬਟ ਮੇਰਾ ਵੀ ਥੋੜਾ ਜਿਹਾ ਸਵਾਲ ਸੀਗਾ ਜੀ ਭਾਈ ਸਾਹਿਬ ਤੋਂ ਜੀ, ਕਿ ਆਪਾਂ ਨੂੰ ਇਹਨੇ ਗੁਰਦੁਆਰਾ ਸਾਹਿਬ ਬਣਾਉਣ ਦੀ ਜ਼ਰੂਰਤ ਕਿਉਂ ਪਈ? ਬਹੁਤ ਅੱਛਾ ਸਵਾਲ, ਬਹੁਤ ਅੱਛਾ ਸਵਾਲ ਆ ਤੁਹਾਡਾ। ਕੋਈ ਹੋਰ ਗੁਰਦੁਆਰੇ ਇੱਕ ਮਿੰਟ ਜੀ, ਮੇਰੇ ਗੱਲ ਪੂਰੀ ਕਰ ਲਓ, ਸੌਰੀ। 11 ਗੁਰਦੁਆਰਾ ਸਾਹਿਬ ਹੈਗੇ ਜੀ ਵਿਜੀਪੈਕ ਦੇ ਵਿੱਚ ਜੀ। ਇਹ ਦੇਖੋ ਜੀ, ਇੱਕੋ ਸਟਰੀਟ ਤੇ ਆਮੋ ਸਾਹਮਣੇ 2 ਗੁਰਦੁਆਰਾ ਸਾਹਿਬ ਹੈ। ਇੱਕੋ ਸਟਰੀਟ ਤੇ ਬਿਲਕੁਲ ਆਮੋ ਸਾਹਮਣੇ। ਇਹ ਦੱਸੀ ਮੈਨੂੰ ਸਮਝ ਨਹੀਂ ਵੀ ਜ਼ਰੂਰਤ ਆਪਾਂ ਨੂੰ ਕਿਉਂ ਪੈਂਦੀ ਹੈ ਕਿ ਇੱਕੋ ਗੁਰਦੁਆਰਾ ਸਾਹਿਬ 'ਚ ਲੋਕ ਨਹੀਂ ਜਾ ਸਕਦੇ ਕਿ ਜਾਂ ਉਹਨੂੰ ਥੋੜੀ ਦੂਰੀ ਤੇ ਆਪਾਂ ਨਹੀਂ ਸੀ ਬਣਾ ਸਕਦੇ। ਬਹੁਤ ਵੈਲਿਡ ਕੁਐਸਚਨ ਹੈ ਤੁਹਾਡਾ, ਔਰ ਭਾਈ ਸਾਹਿਬ ਜੀ ਤੋਂ ਜਾਣਦੇ ਆ ਕਿਉਂਕਿ ਭਾਈ ਸਾਹਿਬ ਵੀ ਪ੍ਰਬੰਧਕੀ ਢਾਂਚੇ ਦੇ ਵਿੱਚ ਐਜ਼ ਏ ਪ੍ਰਧਾਨ ਦੀ ਸੇਵਾ ਨਿਭਾ ਰਹੇ ਗੁਰਦੁਆਰੇ ਦੇ ਵਿੱਚ। ਤੇ ਆਓ ਇਹਨਾਂ ਤੋਂ ਜਾਣਦੇ ਆ ਤੁਹਾਡੇ ਸਵਾਲ ਦਾ ਜਵਾਬ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਠੀਕ ਹੈ ਜੀ ਭਾਈ ਸਾਹਿਬ, ਬਹੁਤ ਵਧੀਆ ਸਵਾਲ ਕੀਤਾ ਜੀ। ਜਦੋਂ ਸਾਡੇ ਸਾਹਮਣੇ, ਜਦੋਂ ਮੈਂ ਆਪਣਾ ਇਹ ਸਫ਼ਰ ਸ਼ੁਰੂ ਕੀਤਾ, ਮੈਂ ਦੱਸਿਆ ਸੀ ਵੀ ਮੈਂ ਲਗਭਗ 2000 ਤੋਂ ਹੁਣ ਤੱਕ 20 ਸਾਲ ਪਹਿਲਾਂ ਕਦੇ ਪ੍ਰਚਾਰਕ ਦੀ ਸੇਵਾ, ਗ੍ਰੰਥੀ ਦੀ ਸੇਵਾ, ਨਾਲ ਧਾਰਮਿਕ ਟੀਚਰ ਦੀ ਸੇਵਾ ਕੀਤੀ, ਤੇ ਪਿਛਲੇ ਹੁਣ ਸਾਲ ਕੁ ਤੋਂ ਮੈਂ ਇਹ ਕੰਮ ਕਰਨ ਲੱਗਾ। ਜਦੋਂ ਮੈਂ ਇੱਥੇ ਆਇਆ
ਮੈਂ ਦੇਖਿਆ ਵੀ ਇੱਥੇ ਬਰੈਂਪਟਨ ਦੇ ਵਿੱਚ ਬਹੁਤ ਗੁਰਦੁਆਰੇ ਨੇ, ਹਰ ਗਲੀ 'ਚ ਗੁਰੂ ਘਰ ਹੈ। ਤੇ ਉਹਨਾਂ ਦਾ ਮੋਟਿਵ ਕੀ ਆ? ਬਹੁਤਾਤ ਤੇ ਸਾਡੀ ਮੁੱਛ ਵਾਸਤੇ, ਚੌਧਰ ਵਾਸਤੇ, ਰਾਜਨੀਤਿਕ ਲਾਹਾ ਲੈਣ ਵਾਸਤੇ। ਸਾਰੇ ਨਹੀਂ, ਚਲੋ ਮੈਂ ਕਹਿ ਸਕਦਾ, ਕਿਉਂਕਿ ਸਾਰੇ ਕਹਿਣ ਦੇ ਉੱਤੇ ਜੇ ਕੋਈ ਚੰਗਾ ਹੈ ਤਾਂ ਉਹਦੇ 'ਚ ਵੀ ਹਲਚਲ ਮਚਦੀ ਹੈ, ਪਰ ਬਹੁਤਾਤ ਤਬਕਾ ਸਾਡਾ ਇਹੀ ਹੈ ਵੀ ਲੋਕਾਂ ਦੇ ਵਿੱਚ ਇੱਕ ਨਾਮ ਹੋ ਸਕੇ, ਉੱਥੋਂ ਅਸੀਂ ਬੰਦੇ ਬੁਲਾ ਸਕੀਏ। ਸਿੱਧਾ ਹੀ ਮੈਂ ਸੌਖੀ ਭਾਸ਼ਾ ਵਿੱਚ ਕਹਾਂ, ਜਦੋਂ ਅਸੀਂ ਇਹ ਕੰਮ ਕਰਨਾ ਸੀ ਤੇ ਮੈਂ ਸਪੈਸ਼ਲੀ ਅਸੀਂ ਦੇਖਿਆ ਵੀ ਅਸੀਂ ਕਿੱਥੇ ਗੁਰੂ ਘਰ ਬਣਾਈਏ। ਕੈਨੇਡੀਅਨ ਖਾਲਸਾ ਦਰਬਾਰ, ਮੈਂ ਭਾਈ ਸਾਹਿਬ ਦੀ ਜਾਣਕਾਰੀ ਵਾਸਤੇ ਦੱਸ ਦੇਣਾ ਚਾਹਣਾ, ਸੂ ਸੈਂਟ ਮੈਰੀ ਇੱਥੋਂ ਲਗਭਗ 750 ਕਿਲੋਮੀਟਰ ਦੂਰ ਹੈ, ਸ਼ਹਿਰ ਹੈ, USA ਦੇ ਬਾਰਡਰ ਦੇ ਉੱਤੇ ਹੈ ਜੀ। ਉੱਥੇ ਲਗਭਗ 2000 ਤੋਂ 3000 ਤੱਕ ਇੰਟਰਨੈਸ਼ਨਲ ਸਟੂਡੈਂਟ ਹੈ ਤੇ ਉੱਥੇ ਕੋਈ ਗੁਰਦੁਆਰਾ ਨਹੀਂ। ਠੀਕ ਹੈ। ਉਹਨਾਂ ਵੀਰਾਂ ਨੇ ਸਾਨੂੰ ਕਿਹਾ ਜੀ ਤੁਸੀਂ ਇੱਥੇ ਸਾਡੇ ਸ਼ੁਰੂਆਤ ਕਰੋ, ਸਾਨੂੰ ਤਾਂ ਬਹੁਤ ਦੂਰ ਦੂਰ ਜਾਣਾ ਪੈਂਦਾ ਜੀ। ਅਸੀਂ ਕੈਨੇਡੀਅਨ ਖਾਲਸਾ ਦਰਬਾਰ ਵੱਲੋਂ ਉੱਥੇ ਗੁਰਦੁਆਰਾ ਸਾਹਿਬ ਸ਼ੁਰੂ ਕੀਤਾ। 750 ਕਿਲੋਮੀਟਰ ਦੂਰ ਹੈ ਜਿਹੜਾ ਸਾਡਾ ਕੈਨੇਡੀਅਨ ਖਾਲਸਾ ਦਰਬਾਰ ਹੈ ਜੀ। ਇਸੇ ਤਰ੍ਹਾਂ ਹੀ ਇੱਕ ਕੋਰਨਵਾਲ ਸਿਟੀ ਹੈ, ਉਹ ਕੋਰਨਵਾਲ ਸਿਟੀ ਤੋਂ 550 ਕਿਲੋਮੀਟਰ, ਉੱਥੇ ਵੀ ਇੰਟਰਨੈਸ਼ਨਲ ਸਟੂਡੈਂਟ ਨੇ, ਕੋਈ ਗੁਰੂ ਘਰ ਨਹੀਂ ਹੈ ਜੀ। ਤੇ ਉਹ ਹੁਣ ਜਿੱਥੇ ਲੋੜ ਹੈ ਵਾਕਈ, ਜਿੱਥੇ ਅਸੀਂ ਆਪਣੇ ਯੂਥ ਨੂੰ ਸਮਝਾ ਸਕਦੇ ਹਾਂ ਜੀ, ਉੱਥੇ ਅਸੀਂ ਉਹ ਗੁਰੂ ਘਰ ਖੋਲੇ ਨੇ। ਪਰ ਜਿੱਦਾਂ ਇਹਨਾਂ ਨੇ ਕਿਹਾ ਨਾ ਵੀ ਬਣ ਸਕਦੇ ਨੇ, ਪਰ ਉਹ ਤਾਂ ਬਣ ਸਕਦੇ ਜੇ ਸਾਰੇ ਵੀਰ ਰਲ ਮਿਲ ਕੇ, ਜਿਹਨੂੰ ਗੁਰਬਾਣੀ ਕਹਿੰਦੀ ਆ, ਹੋਏ ਇਕੱਤਰ। ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਅਸੀਂ ਤਾਂ, ਤੁਸੀਂ ਸੱਚ ਜਾਣੋ, ਅੱਜ ਤਾਂ ਇੱਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ, ਇੱਕੋ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਵੀ ਰਲ ਕੇ ਨਹੀਂ ਬੈਠਦੀ, ਇਹਨਾਂ ਨੇ ਬਾਕੀ ਸਭ ਨੂੰ ਕੀ ਬਿਠਾਉਣਾ। ਭਾਈ ਸਾਹਿਬ ਜੀ, ਤੁਸੀਂ ਜਿਹੜੀ ਦੁਬਿਧਾ ਦੀ ਗੱਲ ਕੀਤੀ ਹੈ ਜਾਂ ਰਲ ਮਿਲ ਬੈਠਣ ਦੀ ਗੱਲ ਕੀਤੀ ਹੈ ਨਾ, ਬੰਦਾ ਜਿਹੜਾ ਅੱਜ ਕੱਲ੍ਹ, ਜੇ ਮੈਂ ਇੱਕ ਪਰਸਨਲੀ ਗੱਲ ਕਰਾਂ, ਉਹ ਵਿਅਕਤੀਗਤ ਤੌਰ ਤੇ ਆਪਣੇ ਅੰਦਰ ਹੀ ਜਿਹੜੀ ਦੁਵਿਧਾ ਆਪਣੇ ਆਪ ਨੂੰ ਲੈ ਕੇ ਉਹ ਹੀ ਨਹੀਂ ਖਤਮ ਹੋ ਰਹੀ। ਤੇ ਨਾਲ ਜਿਹੜਾ ਆਪਾਂ ਸੁਭਾਅ ਦੀ ਗੱਲ ਕਰ ਰਹੇ ਸੀ ਨਾ, ਉਹ ਇਹੀ ਹੈ ਕਿ ਆਪਣੀ ਦੁਵਿਧਾ ਖਤਮ ਹੋਏਗੀ ਤਾਂ ਹੀ ਕਿਸੇ ਤੇ ਉਹ ਯਕੀਨ ਕਰੇਗਾ, ਤਾਂ ਹੀ ਉਹ ਰਲ ਮਿਲ ਕੇ ਬੈਠੇਗਾ ਜੀ। ਤੁਸੀਂ ਗੁਰਦੁਆਰੇ ਦੀ ਗੱਲ ਕਰ ਰਹੇ ਸੀ ਕਿ ਤੁਸੀਂ 750 ਕਿਲੋਮੀਟਰ 500 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਗੁਰਦੁਆਰਾ ਬਣਾਇਆ, ਲੇਕਿਨ ਉਹਨਾਂ ਦੇ ਸਵਾਲ ਦਾ ਜਿਹੜਾ ਮੈਂ ਸਮਝਦਾ ਹਾਂ, ਤੁਸੀਂ ਜਿਵੇਂ ਦੱਸ ਰਹੇ ਹੋ ਕਿ ਗੁਰਦੁਆਰੇ ਸਾਨੂੰ ਕਿਸ ਤਰੀਕੇ ਦੇ ਨਾਲ ਚਲਾਉਣੇ ਚਾਹੀਦੇ, ਜੇ ਹੋਣੇ ਚਾਹੀਦੇ ਸਾਡੀ ਕਮਿਊਨਿਟੀ ਦੇ ਵਿੱਚ। ਪਰ ਉਹ ਆਮੋ ਸਾਹਮਣੇ ਗੁਰਦੁਆਰੇ ਦਾ ਜਿਹੜਾ ਕੁਝ ਮੈਨੂੰ ਸਮਝ ਨਹੀਂ ਆ ਰਿਹਾ ਫੰਡਾ ਕੀ ਹੈ, ਕਿ ਉਹ ਕਿਤੇ ਪੰਜਾਬ ਦੇ ਵਿੱਚ ਕਿਤੇ ਉਹੀ ਰਿਵਾਜ ਤਾਂ ਨਹੀਂ ਕੈਨੇਡਾ ਦੇ ਵਿੱਚ ਸ਼ੁਰੂ ਹੋ ਗਿਆ ਕਿ ਇਹ ਫਲਾਨੇ ਸਿੱਖ ਭਾਈਚਾਰੇ ਦਾ ਗੁਰਦੁਆਰਾ, ਫਲਾਨੇ, ਮੈਂ ਨਾਮ ਨਹੀਂ ਲਵਾਂਗਾ, ਲੇਕਿਨ ਅਸੀਂ ਜ਼ਾਤਾਂ ਦੇ ਆਧਾਰ ਤੇ, ਮਜ਼ਹਬ ਦੇ ਆਧਾਰ ਤੇ ਵੀ ਗੁਰਦੁਆਰੇ ਬਣਾਏ ਹੋਏ, ਕਿਤੇ ਇਹ ਕੈਨੇਡਾ ਦੇ ਵਿੱਚ ਇਹੋ ਜਿਹਾ ਕੁਝ ਤਾਂ ਨਹੀਂ ਸ਼ੁਰੂ ਹੋ ਗਿਆ? ਕੁਛ ਇਹ ਵੀ ਹੈ ਜੀ, ਜਾਤ ਬਰਾਦਰੀ ਦਾ ਵੀ ਹੈ, ਕੁਛ ਇਹ ਆ ਵੀ ਮੰਨ ਲਓ ਆਪਾਂ ਦੋਨੋਂ ਜਣੇ ਮਿਲ ਕੇ ਇੱਕ ਗੁਰੂ ਘਰ ਬਣਾਉਨੇ ਆ, ਪਰਮਾਤਮਾ ਕਰੇ ਕਿਸੇ ਦਿਨ ਸਾਡੇ ਵਿੱਚ ਬੇਇਤਫਾਕੀ ਪੈਦਾ ਹੋ ਜਾਏ, ਪੈਂਦੀ ਤਾਂ ਮੈਂ ਅੱਗੇ ਜਿੱਦਾਂ ਕਿਹਾ, ਜਿਸ ਤਰ੍ਹਾਂ ਭੈਣ ਜੀ ਕਹਿ ਕੇ ਹਟੇ ਵੀ ਗੋਲਕਾਂ ਪਿੱਛੇ ਪੈਂਦੀ, ਚੌਧਰਾਂ ਪਿੱਛੇ ਪੈਂਦੀ ਹੈ ਜੀ। ਹੁਣ ਤਾਂ ਇਹ ਵੀ ਹੈ ਵੀ ਮੇਰੇ ਕਿੰਨੇ ਬੰਦੇ ਸਪਾਂਸਰ ਹੋਣਗੇ ਇੰਡੀਆ ਤੋਂ, ਜਾਂ ਤੁਹਾਡੇ ਕਿੰਨੇ ਹੋਣਗੇ, ਜੇ ਵਾਧਾ ਘਾਟਾ ਹੁੰਦਾ ਲੜੇ। ਫਿਰ ਜੇ ਮੈਨੂੰ ਲੱਗਦਾ ਨਾ ਵੀ ਇੱਥੇ ਮੇਰੀ ਦਾਲ ਨਹੀਂ ਗਲਣੀ, ਤੇ ਮੈਂ ਕਹਿੰਦਾ ਵਾ ਵੀ ਕੋਈ ਗੱਲ ਨਹੀਂ, ਕਿਰਾਏ ਤੇ ਥੋੜੇ ਜਗ੍ਹਾ ਹੀ ਲੈਣੀ, ਆਪਾਂ ਉੱਥੇ ਬਣਾ ਲੈਂਦੇ, ਯੂਨਿਟ ਲੈ ਲਓ, ਇੱਕ ਇਹਨਾਂ ਦੇ ਸਾਹਮਣੇ ਝੰਡਾ ਕੱਢਦੇ ਆ। ਤੇ ਉਹ ਫਿਰ ਇਹ ਬਹੁਤਾਤ ਤਾਂ ਸਾਡੀ ਆਪਣੀ ਹੀ ਹੰਕਾਰ ਨੇ ਬਣਾਏ ਨੇ, ਬਿਲਕੁਲ ਸਾਡੀ ਆਪਣੀ ਈਗੋ ਨੇ ਬਣਾਏ ਨੇ। ਨਹੀਂ ਤਾਂ ਜੇ ਬੜੇ ਧਿਆਨ ਨਾਲ ਵੇਖੋ ਨਾ, ਇਸ ਵੇਲੇ ਗੁਰਦੁਆਰੇ ਬਣਾਉਣ ਦੀ ਥਾਂ ਦੇ ਉੱਤੇ ਨਾ ਸਗੋਂ ਗੁਰਦੁਆਰਿਆਂ ਦਾ ਮਕਸਦ ਸਮਝਾਉਣ ਦੀ ਲੋੜ ਹੈ। ਬਿਲਕੁਲ ਲੋੜ ਹੈ। ਜੋ ਗੁਰਦੁਆਰੇ 'ਚ ਹੁੰਦਾ ਆ, ਜੋ ਗੁਰੂ ਘਰ ਦੀ ਮਰਿਆਦਾ ਆ, ਜੋ ਅੱਜ ਦਾ ਯੂਥ ਤਾਂ ਉਹਨਾਂ ਵਿੱਚ ਵੀ ਆ ਕੇ ਰਾਜੀ ਨਹੀਂ ਜਿੰਨੇ ਬਣੇ ਚੁੱਕੇ ਆ। ਅਸੀਂ ਹੋਰ ਬਣਾ ਕੇ, ਮਾਫੀ ਦੇਣਾ ਮੈਨੂੰ, ਮੈਂ ਸ਼ਬਦ ਨਹੀਂ ਵਰਤਾਂਗਾ, ਬਹੁਤ ਸਾਰੇ ਸ਼ਹਿਰਾਂ ਵਿੱਚ ਚਰਚ ਬੰਦ ਹੋ ਗਏ। ਬਿਲਕੁਲ ਠੀਕ ਕਹਿ ਰਹੇ। ਚਰਚ ਬੰਦ, ਇੱਥੇ ਅਲਟਨ ਸ਼ਹਿਰ ਅਸੀਂ ਗਏ, ਉੱਥੇ ਇੱਕ ਚਰਚ ਬੰਦ ਹੋ ਗਿਆ ਜੀ। ਉਹ ਕਿਉਂ ਹੋ ਗਿਆ? ਕਹਿਣ ਲੱਗੇ ਇੱਥੇ ਕਾਫੀ ਚਰਚ ਨੇ, ਹਰ ਗਲੀ 'ਚ ਚਰਚ ਹੈ। ਮੈਂ ਐਸਾ ਨਹੀਂ ਕਹਾਂਗਾ ਵੀ ਕਦੇ ਸਾਨੂੰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈ ਜਾਏ, ਪਰ ਬਹੁਤਾਤ ਵਾਰ ਐਸਾ ਹੁੰਦਾ ਹੈ ਵੀ ਜਿਹੜੀ ਥਾਂ ਦੇ ਉੱਤੇ ਚੰਗਾ ਮੈਸੇਜ ਨਾ ਦਿੱਤਾ ਜਾਵੇ, ਹੌਲੀ ਹੌਲੀ ਉਹ ਚੀਜ਼ ਜਾਂ ਬੰਦ ਹੋ ਜਾਂਦੀ, ਜਾਂ ਲੋਕ ਆਉਣੇ ਹੀ ਬੰਦ ਹੋ ਜਾਂਦੇ। ਜੇ ਸਾਡੀਆਂ ਚੌਧਰਾਂ ਪਿੱਛੇ ਬਣੇ ਨੇ ਗੁਰਦੁਆਰੇ, ਲਾਲਚਾਂ ਪਿੱਛੇ ਬਣੇ ਨੇ, ਪ੍ਰਚਾਰ ਵਾਸਤੇ ਤਾਂ ਸ਼ਾਇਦ ਇੱਕ ਦੋ ਹੁੰਦੇ ਤਾਂ ਉਹ ਵੀ ਬਹੁਤ ਹੋਣੇ ਸੀ। ਬਿਲਕੁਲ। ਪਰ ਉਹਨਾਂ ਫਿਰ ਸਵਾਲ ਤੇ ਮੈਂ ਤਾਂ ਘੁੰਮ ਰਿਹਾ ਕਿ ਵੀ ਜਿਹੜਾ ਇੱਕ ਹੰਕਾਰ ਕਹਿ ਲਓ ਜਾਂ ਈਗੋ ਪ੍ਰੋਬਲਮ ਹੈ, ਜਿਹਦੇ ਕਰਕੇ ਉਹਨਾਂ ਨੂੰ ਆਮਣੇ ਸਾਹਮਣੇ ਗੁਰਦੁਆਰੇ ਸ਼ਾਇਦ ਬਣਾਉਣੇ ਪੈ ਗਏ। ਹੁਣ ਅਸਲ ਸੱਚ ਕੀ ਹੈ, ਤੱਥ ਕੀ ਹੈ, ਇਹਦੇ ਬਾਰੇ ਨਹੀਂ ਅਸੀਂ ਜਾਣ ਸਕਦੇ, ਲੇਕਿਨ ਕਿਤੇ ਨਾ ਕਿਤੇ ਸਰਚ ਕਰਕੇ ਦੇਖ ਵੀ ਸਕਦੇ ਹਾਂ, ਗੱਲਬਾਤ ਕਰਕੇ ਵੀ ਪੁੱਛਿਆ ਜਾ ਸਕਦਾ ਹੈ ਵੀ ਤੁਹਾਨੂੰ ਆਮੋ ਸਾਹਮਣੇ ਗੁਰਦੁਆਰੇ ਬਣਾਉਣ ਦਾ ਕੀ ਹੈ ਅਜਿਹਾ, ਤੁਹਾਨੂੰ ਕਾਰਨ ਕੀ ਹੈ। ਸੋ ਅੱਗੇ ਵੱਧਦੇ ਹਾਂ ਆਪਾਂ, ਸੁਭਾਅ ਜਾਂ ਅਜਿਹੀਆਂ ਚੀਜ਼ਾਂ, ਤਾਂ ਅਸੀਂ ਗੁਰਬਾਣੀ ਮੁਤਾਬਕ ਆਪਣੇ ਮਨ ਦੇ ਵਿੱਚੋਂ ਕਾਲਪੁਣਾ ਕਿਵੇਂ ਖਤਮ ਕਰੀਏ, ਈਗੋ ਪ੍ਰੋਬਲਮ ਹੈ ਜਿਹੜੀ
ਅੱਜ ਕੱਲ ਬੱਚੇ ਦੇ ਵਿੱਚ ਵੀ ਈਗੋ ਪ੍ਰੋਬਲਮ ਹੈ, ਜਿਵੇਂ ਪਹਿਲਾਂ ਵੀ ਇੱਕ ਚਰਚਾ ਕੀਤੀ ਸੀ ਕਿ ਹਰੇਕ ਬੱਚੇ ਨੂੰ ਜੋ ਕੋਈ ਗੱਲ ਕਹੀਏ ਨਾ, ਹੂ ਕੇਅਰਸ, ਹਾਂਜੀ ਹੂ ਕੇਅਰਸ, ਮਤਲਬ ਇਹ ਜਿਹੜਾ ਪੈਟ ਜਿਹੜਾ ਸ਼ਬਦ ਹੈ ਉਹਨਾਂ ਦੀ ਜ਼ੁਬਾਨ ਤੇ ਚੜਿਆ ਹੋਇਆ। ਸੋ ਜਦੋਂ ਬੱਚੇ ਜਿਹਾ ਕੁਝ ਸਿੱਖਦੇ ਆ ਤਾਂ ਮਤਲਬ ਵੀ ਸਾਡੇ ਪੇਰੈਂਟਸ ਦੇ ਵਿੱਚ, ਸਾਡੇ ਵਿੱਚ ਵੀ ਪ੍ਰੋਬਲਮ ਹੈ। ਇਹੋ ਜਿਹੀਆਂ ਗੱਲਾਂ ਗੁਰਬਾਣੀ ਮੁਤਾਬਕ ਅਸੀਂ ਕਿਵੇਂ ਦੂਰ ਕਰੀਏ? ਸਿਰਫ ਸਾਡੇ ਕੋਲੇ 5-7 ਮਿੰਟ ਹੋਰ ਬਾਕੀ। ਹਾਂਜੀ, ਮੈਂ ਇੱਕ ਛੋਟਾ ਜਿਹਾ ਤੁਹਾਨੂੰ, ਮੈਂ ਕਿਉਂਕਿ ਜਦੋਂ ਵੀ ਮੈਂ ਆਪਾਂ ਗੱਲ ਸਮਝਾਉਂਦੇ ਆ, ਕਿਉਂਕਿ ਇੱਕ ਕਥਾਵਾਚਕ ਹੋਣ ਦੇ ਨਾਤੇ ਵੀ ਮੈਂ ਕੋਸ਼ਿਸ਼ ਕਰਦਾ ਹੁੰਦਾ ਵਾਂ ਵੀ ਕੋਈ ਐਸੀ ਦਲੀਲ, ਕਿਉਂਕਿ ਦਲੀਲ ਛੇਤੀ ਸਮਝ ਪਾਉਂਦੀ ਹੈ। ਜੀ ਜੀ। ਇਸ ਵੇਲੇ ਭਾਈ ਸਾਹਿਬ ਜਿਹੜੀ ਸਾਡੇ ਸਮਾਜ ਦੀ ਹਾਲਤ ਬਣੀ ਪਈ ਹੈ ਨਾ, ਮੰਨ ਲਓ ਕੋਈ ਧਾਰਮਿਕ ਬੰਦਾ ਸੀਗਾ ਤੇ ਸੰਗਤ ਨੂੰ ਸਮਝਾ ਰਿਹਾ, ਲੋਕਾਂ ਨੂੰ ਸਮਝਾ ਰਿਹਾ, ਸਾਹਮਣੇ ਪਰਿਵਾਰ ਬੈਠੇ ਨੇ ਕਈ ਜੀ, ਤੇ ਉਹਨੇ ਇੱਕ ਆਫਰ ਦਿੱਤੀ, ਕਹਿਣ ਲੱਗਾ ਵੀ ਤੁਹਾਡੇ ਚੋਂ ਨਾ ਜਿਹਨੇ ਸਵਰਗ ਜਾਣਾ ਹੱਥ ਖੜੇ ਕਰੋ। ਕਈ ਪਰਿਵਾਰ ਬੈਠੇ ਸੀ, ਇੱਕ ਪਰਿਵਾਰ ਸਾਹਮਣੇ ਬੈਠਾ ਸੀਗਾ, ਉਹਦੇ ਵਿੱਚੋਂ ਕੀ ਕਰਿਆ ਵੀ ਇੱਕ ਸੱਸ ਸੀ, ਉਹਨੇ ਹੱਥ ਖੜਾ ਕਰ ਦਿੱਤਾ, ਨੌਂ ਸੀ, ਉਹਨੇ ਵੀ ਹੱਥ ਖੜਾ ਕਰ ਦਿੱਤਾ, ਬੇਟੇ ਨੇ ਹੱਥ ਖੜਾ ਨਹੀਂ ਕੀਤਾ ਜੀ। ਉਹ ਚੰਗੇ ਭਲੇ ਪੁਰਸ਼ ਨੇ ਪੁੱਛ ਲਿਆ ਵੀ ਬੇਟੇ ਤੇਰੇ ਮਨ ਚ ਨਹੀਂ ਵੀ ਮੈਂ ਵੀ ਸਵਰਗ ਜਾਵਾਂ? ਠੀਕ। ਉਹ ਸ਼ਾਇਦ ਘਰ ਦੇ ਮਾਹੌਲ ਤੋਂ ਇੰਨਾ ਅੱਕਿਆ ਸੀ, ਕਹਿੰਦਾ ਜੀ ਇਹਨਾਂ ਦੋਵਾਂ ਨੂੰ ਲੈ ਜਾਓ, ਮੇਰਾ ਇੱਥੇ ਹੀ ਸਵਰਗ ਹੈ। ਇਹਨਾਂ ਦੇ ਜਾਣ ਤੋਂ ਬਾਅਦ ਮੇਰਾ ਸਵਰਗ ਹੈ। ਕਿਉਂ ਹੈ, ਮੈਂ ਗੱਲ ਕਿਉਂ ਕੀਤੀ? ਕਿਉਂਕਿ ਸਾਡੇ ਇਸ ਵੇਲੇ ਸਮਾਜ ਦਾ ਤਾਣਾ ਬਾਣਾ ਇੰਨ ਬਿੰਨ ਇਦਾਂ ਦਾ ਹੀ ਬਣਿਆ ਹੋਇਆ ਹੈ ਜੀ। ਸੌਖੀ ਜੀ ਗੱਲ ਦੇ ਵਿੱਚ ਮੈਂ ਨਿਪਟਾਰਾ ਕਰਾਂ, ਅਸਲ ਦੇ ਵਿੱਚ ਨਾ ਜੀ ਇੱਕ ਸਾਜ਼ ਹੁੰਦਾ ਨਾ, ਜਿੱਦਾਂ ਹਾਰਮੋਨੀਅਮ ਹੁੰਦਾ ਜੀ, ਖੁਸ਼ ਰਹਿਣਾ, ਮਨ ਨੂੰ ਚੜ੍ਹਦੀ ਕਲਾ ਚ ਰੱਖਣਾ, ਆਨੰਦ ਚ ਰਹਿਣਾ, ਇਹ ਕਿਤੋਂ ਦੁਕਾਨ ਤੋਂ ਨਹੀਂ ਮਿਲਦਾ ਜੀ। ਜੀ ਮਾਫ ਕਰਨਾ, ਇੱਕ ਕਾਲ ਲੈ ਲਈਏ ਫਿਰ ਆਪਾਂ ਚਰਚਾ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ 'ਚ ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਜੀ ਨੇ ਸਵਰਗ ਦੀ ਗੱਲ ਕੀਤੀ ਸੀ ਜੀ, ਮੈਂ ਜਾਣਨਾ ਚਾਹੁੰਦਾ ਜੀ ਸਵਰਗ ਨਰਕ ਹੈ ਕਿੱਥੇ ਜੀ? ਜੀ ਭਾਈ ਸਾਹਿਬ ਜੀ, ਇਹਦੇ ਬਾਰੇ ਵੀ ਜ਼ਰਾ ਨੋਟ ਕਰ ਲਿਓ ਜੀ। ਬਹੁਤ ਬਹੁਤ ਸ਼ੁਕਰੀਆ। ਹੋਰ ਕੋਈ ਇਸ ਦੇ ਨਾਲ ਹਲੇ ਕੋਲ ਨਾ ਕਿਤੇ ਜੀ, ਮੇਰੇ ਇਸ ਤੋਂ ਬਾਅਦ ਇੱਕ ਹੋਰ ਸਵਾਲ ਆਣਾ ਜੀ ਜੀ। ਕਿਉਂਕਿ ਜੇ ਬਾਈ ਚਾਂਸ ਭਾਈ ਸਾਹਿਬ ਜੀ ਕਹਿੰਦੇ ਸਵਰਗ ਨਰਕ ਇੱਥੇ ਹੀ ਸਾਰਾ ਕੁਝ ਆਪਣੇ ਇੱਥੇ ਸਾਰਾ ਕੁਝ ਹੈ, ਫਿਰ ਇੱਕ ਬਾਣੀ ਦੇ ਵਿੱਚ ਇੱਕ ਲਾਈਨ ਆਉਂਦੀ ਹੈ, ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ ਜੀ। ਇਹ ਆਪਾਂ ਧਰਮ ਰਾਏ ਕੌਣ ਹੈ, ਕਿੱਥੇ ਜਾਣਾ ਜੀ? ਬਿਲਕੁਲ ਠੀਕ ਹੈ, ਬਹੁਤ ਦੋਨੇ ਹੀ ਸਵਾਲ ਤੁਹਾਡੇ ਨੋਟ ਹੋ ਗਏ ਨੇ ਭਾਈ ਸਾਹਿਬ ਜੀ। ਤੁਸੀਂ ਫੋਨ ਤੇ ਜਾਂ ਆਫ ਦੀ ਏਅਰ ਵੀ ਤੁਸੀਂ ਆਪਣੇ ਸਵਾਲ ਦਾ ਜਵਾਬ ਸੁਣੋ ਜੀ। ਹਾਂਜੀ, ਮੈਂ ਪਹਿਲਾਂ ਜਿਹੜੀ ਗੱਲ ਕਰ ਰਿਹਾ ਸੀ, ਇਹ ਬਿਲਕੁਲ ਉਹਦੇ ਨਾਲ ਢੁਕਦੀ ਹੈ। ਵੈਸੇ ਭਾਈ ਸਾਹਿਬ ਨੇ ਜਿਹੜਾ ਸਵਾਲ ਕੀਤਾ ਨਾ, ਕਿਉਂਕਿ ਅਕਸਰ ਕਥਾ ਕਰਦਿਆਂ ਮੈਨੂੰ ਇਹ ਸਵਾਲ ਬਹੁਤ ਫੇਸ ਕਰਨੇ ਪੈਂਦੇ। ਇਹਨਾਂ ਨੇ ਦੋਨੋਂ ਗੱਲਾਂ ਕੀਤੀਆਂ। ਇਹਨਾਂ ਨੇ ਕਿਹਾ ਵੀ ਪਹਿਲਾਂ ਉਹ ਸਵਰਗ ਨਰਕ ਦੱਸੋ ਵੀ ਸਵਰਗ ਨਰਕ ਹੈ ਕਿੱਥੇ ਨੇ ਜੀ, ਪਰ ਨਾਲ ਉਹਨਾਂ ਨੇ ਕਿਹਾ ਵੀ ਜੇ ਭਾਈ ਸਾਹਿਬ ਇਹ ਕਹਿੰਦੇ ਆ ਵੀ ਨਹੀਂ ਉਹ ਇੱਥੇ ਹੀ ਨੇ, ਫਿਰ ਗੁਰਬਾਣੀ 'ਚ ਐਸਾ ਕਿਉਂ ਲਿਖਿਆ ਹੈ, ਗੁਰਬਾਣੀ ਦੇ ਵਿੱਚ ਐਸਾ? ਵੈਸੇ ਦੋਨੇ ਸਵਾਲ ਜਿਹੜੇ ਕਲੈਸ਼ ਕਰਦੇ ਨੇ। ਅਸਲ ਦੇ ਵਿੱਚ ਮੈਂ ਅਕਸਰ ਕਹਿੰਦਾ ਹੁੰਦਾ ਵਾਂ ਵੀ ਜਿਹੜੀ ਭਾਸ਼ਾ, ਜਿਹੜੀ ਕੋਈ ਵੀ ਸ਼ਬਦ ਹੈ ਨਾ ਜੀ, ਉਹਦੀ ਅਸਲੀ ਪਰਿਭਾਸ਼ਾ ਗੁਰਬਾਣੀ ਦੇ ਵਿੱਚੋਂ ਬੜੀ ਸਰਚ ਕਰਨ ਤੋਂ ਬਾਅਦ ਮਿਲਦੀ ਹੈ ਜੀ। ਕਿਸੇ ਇੱਕ ਸ਼ਬਦ ਨੂੰ ਗੁਰੂ ਸਾਹਿਬ ਜੀ ਨੇ ਉਸ ਵੇਲੇ ਦੇ ਮੁਹਾਵਰੇ ਵਾਸਤੇ ਵੀ ਵਰਤਿਆ ਹੋ ਸਕਦਾ, ਭਾਵੇਂ ਉਹ ਭੂਤ ਪ੍ਰੇਤ ਹੋਵੇ, ਭਾਵੇਂ ਸਵਰਗ ਨਰਕ ਹੋਵੇ, ਉਹ ਕੁਝ ਵੀ ਹੋ ਸਕਦਾ। ਕਿਸੇ ਦਿਨ ਵੱਖਰਾ ਵਿਸ਼ਾ ਲੈ ਕੇ ਮੈਂ ਭਾਈ ਸਾਹਿਬ ਜੀ ਦੇ ਨਾਲ ਜਾਂ ਇਹਨਾਂ ਨੂੰ ਆਪਣਾ ਇਹ ਕਾਲ ਕਰਕੇ ਮੈਂ ਨੰਬਰ ਦੇ ਕੇ ਵੀ ਇਹਨਾਂ ਨਾਲ ਗੱਲ ਕਰ ਸਕਦਾ। ਇਹਨਾਂ ਨੂੰ ਫਿਰ ਮੈਂ ਕਲੀਅਰਲੀ ਦੱਸ ਸਕਦਾ ਵੀ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਮਹਿਜ਼ ਮੁਹਾਵਰੇ ਵਾਸਤੇ ਆਏ ਨੇ, ਜਿਨ੍ਹਾਂ ਦਾ ਉੱਪਰ ਕਿਸੇ ਵੱਖਰੇ ਪਲੈਨਟ ਦੇ ਉੱਤੇ ਕੋਈ ਸਵਰਗ ਨਰਕ ਹੋਣਾ, ਕਿਉਂਕਿ ਗੁਰਬਾਣੀ 'ਚ ਬਕਾਇਦਾ ਕਿਹਾ ਗਿਆ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਅਸੀਂ ਰੱਦ ਕਰਦੇ ਇਹਨਾਂ ਨੂੰ ਜੀ। ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ, ਮਤਲਬ ਗੁਰਬਾਣੀ ਸਵਰਗ ਨਰਕ ਨੂੰ ਵੀ ਰੱਦ ਕਰਦੀ। ਹਾਂ, ਰੱਦ ਕਰਦੀ। ਪਰ ਮੈਂ ਤੇ ਕਿਉਂਕਿ ਅੱਜ ਸਾਡਾ ਸੁਭਾਅ ਮਨੁੱਖੀ ਸੁਭਾਅ ਦੇ ਉੱਪਰ ਆਪਾਂ ਗੱਲ ਕਰ ਰਹੇ ਹਾਂ, ਮੈਂ ਤੇ ਸੌਖਾ ਸਮਝਾਉਣਾ ਉਹਨਾਂ ਨੂੰ ਵੀ ਅਸਲ ਦੇ ਜਿੱਦਾਂ ਮੈਂ ਕਿਹਾ ਨਾ ਵੀ ਜਿਸ ਘਰ ਦੇ ਵਿੱਚ ਜੀ ਪਤੀ ਪਤਨੀ ਮਾਤਾ ਪਿਤਾ ਬਾਕੀ ਪਰਿਵਾਰ ਸਾਰਾ ਇੱਕ ਦੂਜੇ ਦੇ ਕਹਿਣੇ ਵਿੱਚ ਇਤਫਾਕ ਵਿੱਚ ਹੈ, ਭਾਵੇਂ ਉਹ ਰੋਟੀ ਬਿਨਾਂ ਚੋਪੜੇ ਹੀ ਖਾਂਦਾ ਹੈ, ਭਾਵੇਂ ਉਹ ਸ਼ਾਇਦ ਹੱਥ ਤੇ ਹੀ ਖਾਂਦਾ ਹੈ ਜੀ, ਲੋਕ ਆਪਾਂ ਨਹੀਂ ਕਹਾਂਗੇ, ਉਹ ਪਰਿਵਾਰ ਨਹੀਂ ਕਹੂਗਾ, ਲੋਕ ਕਹਿਣਗੇ ਫਲਾਣੇ ਦੇ ਘਰ ਦੇ ਵਿੱਚ ਤੇ ਬਿਲਕੁਲ ਸਵਰਗ ਹੈ। ਵਾਹ ਵਾਹ। ਜਿਸ ਘਰ ਵਿੱਚੋਂ ਰੋਜ਼ ਤੁਹਾਨੂੰ ਆਵਾਜ਼ਾਂ ਆਉਂਦੀਆਂ, ਲੋਕ ਸਮਝੌਤੇ ਕਰਾਉਣ ਜਾਂਦੇ ਨੇ, ਵਕੀਲਾਂ ਕੋਲ ਪੈਸਾ ਉੱਜੜਦਾ, ਇੱਕ ਦੂਜੇ ਤੇ ਤਲਾਕ ਦੇ ਕੇਸ ਪੈਂਦੇ ਨੇ, ਬੱਚੇ ਆ ਰੌਲਾ ਰੱਪਾ, ਘਰ 'ਚ ਚੰਗੀ ਤਰ੍ਹਾਂ ਪ੍ਰਸ਼ਾਦ, ਲੋਕ ਕਹਿੰਦੇ ਨੇ ਘਰ ਨਰਕ ਬਣਿਆ ਪਿਆ ਹੈ। ਧਾਰਮਿਕ ਪਰਿਭਾਸ਼ਾ ਦੇ ਵਿੱਚ ਆਪਾਂ ਜਿੰਨਾ ਮਰਜ਼ੀ ਇੱਕ ਸਾਇੰਟੀਫਿਕ ਰੀਜ਼ਨ ਨਾਲ ਭਾਵੇਂ ਦੱਸੀਏ ਸਵਰਗ ਹੈ ਜਾਂ ਨਰਕ ਹੈ ਜਾਂ ਨਹੀਂ, ਪਰ ਇੱਕ ਸੁਭਾਅ ਦੇ ਤੌਰ ਦੇ ਉੱਤੇ ਚੰਗੇਪਨ ਦਾ ਹੋਣਾ ਹੀ ਸਵਰਗ ਹੈ।
ਤੇ ਨਿਕੰਮੇਪਨ ਦਾ ਗਲਤ ਜਿਹੜੀਆਂ ਚੀਜ਼ਾਂ ਹੋਣੀਆਂ ਸੁਭਾਅ ਦੇ ਵਿੱਚ, ਇਹ ਸਭ ਤੋਂ ਵੱਡਾ ਜਿਹੜਾ ਕਹਿ ਲਓ ਆਪਾਂ ਵੀ ਨਰਕ ਹੈ ਜੀ। ਸੋ ਮੈਂ ਤਾਂ ਸੌਖਾ ਹੀ ਇਹ ਕਹਿ ਰਿਹਾ ਵਾਂ ਵੀ ਜਿਹੜੀ ਮਨੁੱਖੀ ਫਿਤਰਤ ਹੈ ਨਾ, ਜੇ ਅਸੀਂ ਵਾਕਈ ਚਾਹੁੰਦੇ ਆ ਵੀ ਇਹ ਥੋੜੀ ਜਿਹੀ ਚੰਗੀ ਬਣ ਸਕੇ, ਤੇ ਸਾਨੂੰ ਆਪਣੇ ਘਰਾਂ ਦਾ ਮਾਹੌਲ ਜਿਹੜਾ ਹੈ ਨਾ ਉਹ ਚੰਗਾ ਬਣਾਉਣਾ ਪਊਗਾ, ਉਹ ਸੁਚਾਰਾ ਬਣਾਉਣਾ ਪਊਗਾ। ਆਪਣੇ ਸੁਭਾਅ ਦੇ ਵਿੱਚ ਬਾਣੀ ਨੇ ਕਿੰਨਾ ਉੱਚਾ ਸ਼ਬਦ ਵਰਤਿਆ, ਕਹਿੰਦੇ ਮਨ, ਸਾਡੇ ਨੇਚਰ ਨੂੰ, ਮਨ ਤੂੰ ਜੋਤ ਸਰੂਪ ਹੈ, ਤੂੰ ਰੱਬ ਦਾ ਹੀ ਰੂਪ ਹੈ। ਬਿਲਕੁਲ। ਫਿਰ ਉਹੀ ਆ ਗਿਆ, ਰੱਬ ਦਾ ਨੇਚਰ ਵੇਖੋ ਕਿਦਾਂ ਦਾ ਹੋਊਗਾ, ਤੇ ਤੂੰ ਰੱਬ ਦਾ ਹੀ ਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਰ ਤੈਨੂੰ ਪਹਿਚਾਣ ਨਹੀਂ ਆ ਤੂੰ ਕੀ ਆ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਕਦੇ ਆਨੰਦ ਲੈ ਕੇ ਵੇਖਿਆ। ਸੋ ਕਹਿਣ ਦਾ ਮਤਲਬ ਹੈ, ਮੈਂ ਇੱਥੇ ਕਹਾਂ ਵੀ ਅਸਲ ਦੇ ਵਿੱਚ ਜਦੋਂ ਸਾਨੂੰ ਪਤਾ ਲੱਗ ਗਿਆ ਨਾ ਵੀ ਸਾਡਾ ਸੁਭਾਅ ਜੀ ਚੰਗਾ ਕਿਵੇਂ ਬਣ ਸਕਦਾ ਹੈ, ਚੰਗੇ ਗੁਣ ਧਾਰਨ ਕਰਕੇ ਬਣ ਸਕਦਾ ਹੈ। ਜੇ ਅਸੀਂ ਬੁਰੇ ਕੰਮਾਂ ਦੇ ਵਿੱਚ ਪਾਵਾਂਗੇ ਤੇ ਸਾਡਾ ਸੁਭਾਅ ਬੁਰਾ ਹੋਊਗਾ, ਇਹਦੇ ਨਾਲ ਸਾਡੇ ਪਰਿਵਾਰ ਵਿੱਚ ਪ੍ਰੋਬਲਮਸ ਆਉਣਗੀਆਂ, ਬੱਚਿਆਂ ਦੇ ਵਿੱਚ ਚਿੜਚਿੜਾਪਨ ਆਊਗਾ, ਤੇ ਫਿਰ ਕੀ ਹੋਊਗਾ ਵੀ ਉਹੀ ਘਰ ਜਿਹੜਾ ਸਵਰਗ ਦਿਸਣਾ ਚਾਹੀਦਾ ਸੀ ਉਹ ਨਰਕ ਵਰਗਾ ਬਣ ਜਾਊਗਾ। ਬਿਲਕੁਲ ਠੀਕ। ਤੇ ਬਾਕੀ ਕਦੇ ਸਮਾਂ ਮਿਲਿਆ ਤੇ ਫਿਰ ਮੈਂ ਭਾਈ ਸਾਹਿਬ ਦਾ ਜਿੱਦਾਂ ਜਵਾਬ ਮੈਂ ਵੀ ਬੇਨਤੀ ਕਰਨੀ ਚਾਹਣਾ, ਜਿੰਨਾ ਜੋ ਵੀ ਕਾਲਰ ਨੇ ਇਸ ਨਰਕ ਸਵਰਗ ਦੇ ਬਾਰੇ ਜੋ ਪਰਿਭਾਸ਼ਾ ਜੋ ਮੰਗਣੀ ਚਾਹੀ ਆ, ਉਹਦੇ ਬਾਰੇ ਅਸੀਂ ਇੱਕ ਵੱਖਰੇ ਤੌਰ ਤੇ ਬਕਾਇਦਾ ਤੌਰ ਤੇ ਇੱਕ ਵਿਸ਼ਾ ਲੈ ਕੇ ਆਵਾਂਗੇ, ਔਰ ਉਹ ਸਾਰੇ ਦਾ ਸਾਰਾ ਜਿਹੜਾ ਅਸੀਂ 40-50 ਮਿੰਟ ਦਾ ਪ੍ਰੋਗਰਾਮ ਆ, ਅਸੀਂ ਉਹਦੇ ਉੱਪਰ ਜ਼ਰੂਰ ਚਰਚਾ ਕਰਾਂਗੇ। ਔਰ ਭਾਈ ਸਾਹਿਬ ਜੀ, ਗੁਰਬਾਣੀ ਮੁਤਾਬਕ ਜਿਹੜਾ ਨਰਕ ਸਵਰਗ ਦੀ ਜਿਹੜੀ ਪਰਿਭਾਸ਼ਾ ਹੈ, ਜਾਂ ਇੱਕ ਸਿੰਬੋਲਿਕ ਤੌਰ ਤੇ ਜਿਵੇਂ ਤੁਸੀਂ ਦੱਸਿਆ ਨਾ, ਕੁਝ ਸ਼ਬਦਾਂ ਦੀ ਵਰਤੋਂ ਗੁਰੂ ਸਾਹਿਬਾਨ ਨੂੰ ਉਸ ਵੇਲੇ ਕਰਨੀ ਪਈ। ਬਿਲਕੁਲ ਬਿਲਕੁਲ। ਔਰ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਜਿਵੇਂ ਗੁਰਬਾਣੀ ਦੇ ਵਿੱਚ ਹੀਰ ਰਾਂਝਾ ਜਾਂ ਅਜਿਹੇ ਜਿਹੜੇ ਸ਼ਬਦ ਹੈ, ਉਹਨਾਂ ਦੇ ਵੀ ਸਿੰਬੋਲਿਕ ਤੌਰ ਤੇ ਜਿਹੜੀ ਵਰਤੋਂ ਕੀਤੀ ਗਈ ਹੈ, ਉਹਦੀ ਵੀ ਅਸੀਂ ਉਹਦੇ ਬਾਰੇ ਵੀ ਚਰਚਾ ਕਰਾਂਗੇ ਕਿ ਸਿੰਬੋਲਿਕ ਸ਼ਬਦ ਜਿਹੜੇ ਗੁਰਬਾਣੀ 'ਚ ਲਏ ਗਏ ਨੇ, ਉਹਨਾਂ ਦੇ ਬਾਰੇ ਅਸੀਂ ਜ਼ਰੂਰ ਕਿਸੇ ਦਿਨ ਬਕਾਇਦਾ ਪ੍ਰੋਗਰਾਮ ਇੱਕ ਵਿਸ਼ੇ ਦੇ ਤੌਰ ਤੇ ਲੈ ਕੇ ਆਵਾਂਗੇ। ਔਰ ਅੱਜ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਕਿ ਟੈਕਨੀਕਲੀ ਪ੍ਰੋਬਲਮ ਦੇ ਵਿੱਚ ਤੁਹਾਡਾ ਪ੍ਰੋਗਰਾਮ ਸਾਡਾ ਜਿਹੜਾ ਉਹ ਲੇਟ ਸ਼ੁਰੂ ਹੋਇਆ, ਉਹਦੇ ਲਈ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਕਿਉਂਕਿ ਸਮਾਂ ਪੂਰਾ ਨਹੀਂ ਮਿਲ ਸਕਿਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਵਿਸ਼ਾ ਸਾਨੂੰ ਦੇ ਦਿੱਤਾ ਹੈ, ਔਰ ਅਸੀਂ ਅੱਜ ਹੀ ਅਸੀਂ ਅਨਾਉਂਸ ਕਰ ਦਿੰਦੇ ਹਾਂ ਕਿ ਅਸੀਂ ਨਰਕ ਸਵਰਗ ਨਾਲ ਸੰਬੰਧਿਤ ਜਿਹੜਾ ਗੁਰਬਾਣੀ ਦੇ ਵਿੱਚ ਦੱਸਿਆ ਗਿਆ, ਉਹਦੇ ਉੱਪਰ ਅਸੀਂ ਇੱਕ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਤੁਹਾਡੀ ਸੇਵਾ 'ਚ ਹਾਜ਼ਰ ਕਰਾਂਗੇ। ਔਰ ਜੇ ਕਿਸੇ ਕਿਸਮ ਦਾ ਸਵਾਲ ਪ੍ਰੋਗਰਾਮ ਤੋਂ ਬਾਅਦ ਵੀ ਤੁਸੀਂ ਕਰਨਾ ਚਾਹੁੰਦੇ ਆ ਤਾਂ ਭਾਈ ਸਾਹਿਬ ਜੀ ਦਾ ਨੰਬਰ ਤੁਸੀਂ 905-790-9099 ਤੇ ਤੁਸੀਂ ਕਾਲ ਕਰਕੇ ਭਾਈ ਸਾਹਿਬ ਜੀ ਦਾ ਨੰਬਰ ਵੀ ਲੈ ਸਕਦੇ ਆ, ਔਰ ਪਰਸਨਲੀ ਤੁਸੀਂ ਉਹਨਾਂ ਨਾਲ ਤੁਸੀਂ ਵਿਚਾਰ ਚਰਚਾ ਵੀ ਕਰ ਸਕਦੇ ਆ। ਸੋ ਸ਼ੁਕਰੀਆ ਪ੍ਰੋਗਰਾਮ ਦੇਖਣ ਦੇ ਲਈ। ਇਸੇ ਤਰੀਕੇ ਦੇ ਨਾਲ ਪ੍ਰੋਗਰਾਮ ਦੇਖਦੇ ਰਹੋ। ਔਰ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਅਸੀਂ 7 ਤੋਂ 8 ਸੋਮਵਾਰ ਤੋਂ ਵੀਰਵਾਰ ਵਾਲੇ 3 ਦਿਨ ਤੱਕ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਕਰਦੇ ਹਾਂ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਨਵੇਂ ਮਹਿਮਾਨ ਤੇ ਨਵੇਂ ਵਿਸ਼ੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਖੁਸ਼ ਰਹੋ, ਘਰਾਂ 'ਚ ਰਹੋ। ਸ਼ਬ ਬਖੈਰ।